ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨਾ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 37ਵੀਂ ਪੌੜੀ ਕਰਮਖੰਡ ਦੀ ਵਿਚਾਰ 'ਤੇ ਆਰੰਭ ਕਰਨੀ ਹੈ। ਕੋਈ ਅਸੀਂ ਪੜ੍ਹ ਲਈਏ ਇੱਕ ਵਾਰ ਪੌੜੀ ਇਕੱਠੇ ਹੋ ਕੇ, ਤਾਂ ਕਿ ਸ਼ਬਦ ਥੋੜ੍ਹਾ ਧਿਆਨ 'ਚ ਬੈਠ ਜਾਏ। ਫਿਰ ਅੱਜ ਵਿਚਾਰ ਸ਼ੁਰੂ ਕਰਦੇ ਹਾਂ। ਮਹਾਰਾਜ ਨਦਰ ਕਰਨ ਗੁਰੂ ਸਾਹਿਬ ਪਾਤਸ਼ਾਹ। ਵਾਹਿਗੁਰੂ ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰੈ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਅਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅਧਿਆਤਮ ਦੀ ਗੱਲ ਮਹਾਰਾਜ ਕਿਵੇਂ ਸਮਝਾ ਰਹੇ ਹਨ। ਨਾਨਕ ਕਥਨਾ ਕਰੜਾ ਸਾਰ। ਉਸ ਦਿਨ ਭਾਈ ਸਾਹਿਬ ਵੀ ਕਹਿ ਰਹੇ ਸਨ ਕਿ ਖੰਡਾਂ ਦੀ ਗੱਲ ਕੁਝ ਬੈਠ ਨਹੀਂ ਰਹੀ ਹੈ। ਸੁਰਤ ਦੀ ਗੱਲ ਸ਼ਬਦ ਵਿੱਚ ਕਰਨੀ ਵੀ ਬੜੀ ਔਖੀ ਹੈ। ਲੌਜਿਕ ਤੋਂ ਬਿਯੋਂਡ ਦੀ ਗੱਲ ਲੱਗਦੀ ਹੈ। ਜਿੱਥੇ ਕੋਈ ਗਿਣਤੀ ਨਹੀਂ ਹੈ, ਕੋਈ ਅੰਤ ਨਹੀਂ ਹੈ, ਕੋਈ ਆਰੰਭ ਨਹੀਂ ਹੈ, ਜਿੱਥੇ ਆਕਾਰ ਤੋਂ ਦੂਰ ਦੀ ਗੱਲ ਸੱਚੀ ਹੈ, ਨਿਰਾਕਾਰ ਦੀ ਗੱਲ ਸੱਚੀ ਹੈ, ਆਕਾਰ ਦੀ ਗੱਲ ਝੂਠ ਹੈ। ਸਾਨੂੰ ਸਾਰਾ ਜਨਮ ਆਕਾਰ ਤੋਂ ਹੀ ਜੀਵਨ ਦਿਖਦਾ ਹੈ। ਹਨੇਰੇ ਤੋਂ ਅਸੀਂ ਦੂਰ ਜਾਂਦੇ ਹਾਂ। ਘਰਾਂ ਵਿੱਚ ਹੁਣ ਲਾਈਟਾਂ ਜਗ ਗਈਆਂ। ਹਨੇਰੇ ਵਿੱਚ ਫਿਰ ਵੀ ਫਾਰਮਲੈਸ ਦੇ ਦਰਸ਼ਨ ਇੱਕ ਰੂਪ ਨਾਲ ਹੁੰਦੇ ਹਨ। ਜਿਹੜਾ ਹਨੇਰੇ ਨਾਲ ਪ੍ਰੇਮ ਕਰ ਲਏ, ਉਹਨੂੰ ਕੁਛ ਅੰਤਰ ਜਾਣ ਦਾ ਅਭਿਆਸ ਸੌਖਾ ਹੋ ਜਾਂਦਾ ਹੈ। ਬਾਅਦ ਦਫਾ ਜਦੋਂ ਸਾਨੂੰ ਡਰ ਲੱਗਦਾ ਹੈ, ਲੋਕ ਲਾਈਟ ਜਗਾਉਂਦੇ ਨੇ, ਇਹ ਬਾਹਰ ਦੀ ਲਾਈਟ ਜਗਾਉਂਦੇ ਨੇ। ਡਰ ਤਾਂ ਅੰਦਰ ਹੈ, ਲਾਈਟ ਬਾਹਰ ਜਗ ਰਹੀ ਹੈ, ਮਨ ਨੂੰ ਸਮਝਾ ਰਹੇ ਹਨ। ਇਹ ਖੰਡਾਂ ਦੀ ਗੱਲ ਸੁਰਤ ਦੀ, ਸੁਰਤ ਦਾ ਗਿਆਨ, ਸੁਰਤ ਦਾ ਫਲੋ, ਕਿਵੇਂ ਸੁਰਤ ਚੱਲਦੀ ਹੈ, ਕਿਵੇਂ ਸਾਡੇ ਮਨ ਨਾਲ ਸੁਰਤ ਦਾ ਰਸਤਾ ਹੈ। ਸਾਰਾ ਕੁਝ ਤਾਂ ਮਨ ਵਿੱਚ ਹੀ ਸਮਝਾਇਆ ਹੈ ਸਾਹਿਬ ਨੇ। ਬਾਹਰ ਕੀ ਹੋ ਰਿਹਾ ਹੈ ਉਹਦੇ ਕੋਈ ਵੀ ਗਹਿਨ ਦਰਸ਼ਨ ਦਾ ਕੋਈ ਲਾਭ ਨਹੀਂ ਹੈ। ਅੰਤਰ ਮਨ ਵਿੱਚ ਮੇਰੀ ਕੀ ਅਵਸਥਾ ਹੈ, ਉਹ ਅਸਲ ਗਿਆਨ ਹੈ। ਧਰਮ ਮੈਂ ਮਨ ਵਿੱਚ ਕਮਾਇਆ ਕਿ ਨਹੀਂ ਕਮਾਇਆ, ਮਨ ਨੂੰ ਸੁੰਦਰ ਬਣਾਇਆ ਕਿ ਨਹੀਂ ਬਣਾਇਆ, ਇਹ ਗੱਲ ਘੜਨ ਦੀ ਜਿਹੜੀ ਪਿਛਲੀ ਪੌੜੀ ਵਿੱਚ ਸਾਹਿਬ ਨੇ ਕੀਤੀ ਹੈ,
ਮਨ ਨੂੰ ਘੜ ਕੇ ਸੁੰਦਰ ਬਣਾਇਆ ਹੈ ਸ਼ਬਦ ਦੀ ਹਜ਼ੂਰੀ ਨਾਲ। ਜੇ ਬਾਣੀ ਦਾ ਅਸੀਂ ਅਰਥ ਬਾਣੀ ਹੀ ਲਈਏ ਤਾਂ ਬਾਣੀ ਸੁੰਦਰ ਬਣਾਉਂਦਾ ਹੈ, ਔਰ ਇਸ ਪੌੜੀ ਵਿੱਚ ਵੀ ਬਾਣੀ ਜ਼ੋਰ ਦੇ ਦਿੰਦੀ ਹੈ। ਇਹਦੇ ਅਰਥ ਜ਼ਿਆਦਾ ਤੇ ਬਣਾਵਟ ਕੀਤੇ ਨੇ, ਬਣਤ ਜੋ ਬਣਤ ਹੈ ਉਸ ਖੰਡ ਦੀ, ਪਰ ਬਾਣੀ ਕਹਿਣ 'ਚ ਕੋਈ ਹਰਜ ਨਹੀਂ ਹੈ। ਨਿਰੰਕਾਰ ਦੇ ਘਰ ਵਿੱਚ ਤਾਂ ਬਾਣੀ ਦੀ ਗੱਲ ਹੀ ਚੱਲੇਗੀ। ਅੱਖਾਂ ਨਾਲ ਦੁਨੀਆ ਵਿੱਚ ਚਲੇ ਜਾਂਦੇ ਹਾਂ, ਅਨਹਦ ਨਾਦ ਨਾਲ ਉਹਦੇ ਘਰ ਪਹੁੰਚ ਜਾਂਦੇ ਹਾਂ। ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਇਹ ਤੇ ਮਨ ਵਿੱਚ ਹੀ ਹੋ ਰਿਹਾ ਨਾ ਸਭ ਕੁਝ। ਮਨ ਬਾਹਰਲੀ ਦੁਨੀਆ ਵਿੱਚ ਚਲਾ ਗਿਆ ਤੇ ਬਾਹਰ ਦੀ ਦੁਨੀਆ ਵਿੱਚ ਵਰਗਾ ਹੋ ਗਿਆ। ਮਨ ਅੰਦਰ ਦੀ ਦੁਨੀਆ ਵਿੱਚ ਗਿਆ ਤੇ ਅੰਤਰ ਦਾ ਗਿਆਨ ਹੋਣਾ ਸ਼ੁਰੂ ਹੋ ਗਿਆ। ਔਰ ਹੁਣ ਜਦੋਂ ਮਨ ਦੀ ਤਹਿ ਵਿੱਚ ਅਸੀਂ ਚਲੇ ਗਏ ਤਾਂ ਉਹ ਮਨ ਛੁੱਟ ਹੀ ਗਿਆ। ਹੁਣ ਜੋ ਮਨ ਦਾ ਸੱਤ ਹੈ ਉਹ ਪ੍ਰਗਟ ਹੋ ਗਿਆ। ਉਲਝ ਗਈ ਦੁਨੀਆ ਸਾਰੀ, ਅਸੀਂ ਵੀ ਉਲਝੇ ਹੋਏ ਹਾਂ, ਮੈਂ ਵੀ ਪਰੇਸ਼ਾਨ ਹਾਂ। ਹਨੇਰੇ ਵਿੱਚ ਕੀ ਲੱਭਣਾ ਹੈ? ਮਨ ਦੇ ਹਨੇਰੇ ਵਿੱਚ ਕੀ ਲੱਭਣਾ ਹੈ? ਕਿਹੜਾ ਗਿਆਨ ਸਾਨੂੰ ਮਿਲੇਗਾ? ਬਾਂਹ ਫਕੜ ਕੇ ਇੱਕ ਪੌੜੀ ਤੋਂ ਦੂਜੀ ਪੌੜੀ ਤੱਕ ਗੁਰੂ ਲਿਜਾ ਰਹੇ ਹਨ, ਨਾਲ ਨਾਲ ਸਮਝਾਉਂਦੇ ਜਾਂਦੇ ਹਨ, ਪਰ ਕਈ ਵਾਰ ਤੇ ਆਪ ਹੀ ਜਿਵੇਂ ਕਿ ਇੱਥੇ ਤੇ ਸਿਰਫ ਬੇਅੰਤ ਦੀ ਗੱਲ ਹੀ ਕਰਦੇ ਚਲੋ। ਦਰਅਸਲ ਨਿਰਾਕਾਰ ਨੂੰ ਕਿਵੇਂ ਆਕਾਰ ਵਿੱਚ ਸਮਝਾਓਗੇ? ਸੋਚ ਵਿੱਚ ਕਿਵੇਂ ਸਮਝਾਵਾਂਗੇ? ਕਰੜਾ ਸਾਰ ਕਹਿ ਰਹੇ ਹਨ, ਜਦ ਗੁਰੂ ਹੀ ਆਪ ਕਰੜਾ ਸਾਰ ਕਹਿ ਰਹੇ ਹਨ, ਸਾਡੀ ਤੁਹਾਡੀ ਕੀ ਨਿਰਾਕਾਰ ਰੂਪ ਹਨ ਆਪ ਸਾਹਿਬ। ਜਿਵੇਂ ਕਿ ਸਭ ਕੁਝ ਜਾਣਦਾ ਹੋਏ ਇਨਸਾਨ, ਪਰ ਫਿਰ ਬੇਹੀ ਨਦੀ ਵਿੱਚ ਜੋ ਕੁਛ ਥੋੜਾ ਬਹੁਤ ਰਹਿ ਗਿਆ ਉਹ ਵੀ ਤਿਆਗ ਦਿੱਤਾ ਹੈ। 3 ਦਿਨ ਬੇਹੀ ਨਦੀ ਵਿੱਚ ਲੋਪ ਰਹੇ ਹਨ, ਸਮਾਧੀ ਸਥਿਤ ਹੋ ਗਏ। ਨਾ ਦੇਹ ਦੀ ਹੋਸ਼ ਰਹੀ, ਆਪਣਾ ਆਪ ਸਭ ਤਿਆਗਿਆ ਗਿਆ। ਮਨ ਦੀ ਪੂਰੀ ਬਣਤ ਬਦਲ ਗਈ। ਮਨ ਦੇ ਅਕਸ ਵਿੱਚ ਸਭ ਕੁਝ ਬਦਲ ਜਾਂਦਾ ਹੈ। ਸ਼ਾਮ ਨੂੰ ਤੁਸੀਂ ਕਿਸੇ ਪਾਰਟੀ ਤੇ ਜਾਓਗੇ, ਉਸ ਤੋਂ ਆਓਗੇ ਮਨ ਕੁਛ ਹੋਰ ਹੋਏਗਾ। ਸਵੇਰੇ ਕਿਸੇ ਨਾਲ ਝਗੜਾ ਹੋਇਆ ਤਾਂ ਕ੍ਰੋਧ ਨਾਲ ਭਰ ਗਿਆ ਮਨ, ਉਹ ਕ੍ਰੋਧਿਤ ਹੋ ਗਿਆ। ਮਨ ਦਾ ਆਪਣਾ ਤਾਂ ਕੋਈ ਤੱਤ ਹੈ ਨਹੀਂ, ਜੋ ਅਸੀਂ ਭਰਾਂਗੇ ਉਸ ਮਨ 'ਚ ਭਰਿਆ ਜਾਏਗਾ। ਪਰ ਜੋ ਮਨ ਦੇ ਸੱਤ ਵਿੱਚ ਹੈ ਉਹ ਨਿਰੰਕਾਰ ਆਪ ਭਰ ਚੁੱਕਿਆ ਹੈ ਪਹਿਲੇ ਹੀ, ਉਹ ਨਹੀਂ ਬਦਲਦਾ ਕਦੇ ਵੀ। ਝੂਠ ਤਾਂ ਦੁਨੀਆ ਜੋ ਕੁਝ ਦਿਖਦਾ ਹੈ ਸਭ ਝੂਠ ਹੈ, ਸਭ ਬਦਲ ਰਿਹਾ ਹੈ। ਤਾਂ ਕਈ ਧਰਮ ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ ਕਿ ਇਹ ਸਭ ਕੁਝ ਹੋ ਰਿਹਾ ਹੈ, ਇਹ ਪੇੜ ਹੋ ਰਿਹਾ ਹੈ, ਕਿਉਂਕਿ ਸਦਾ ਬਦਲਦਾ ਹੋਇਆ ਪੇੜ ਹੈ। ਇਹ ਸਭ ਦੁਨੀਆ ਬਦਲਾਵ ਦੀ ਹੈ। ਪੂਰੇ ਦਰਸ਼ਨ ਜਪਜੀ ਦੇ ਕਰਾ ਰਹੇ ਹਨ। ਅੱਜ ਬਹੁਤ ਉੱਤਮ ਅਵਸਥਾ ਦੀ ਗੱਲ ਚਲਾਉਣਗੇ, ਕਰਮਖੰਡ ਦੀ ਗੱਲ ਕਰ ਰਹੇ ਹਨ। ਜਦ ਇੱਕ ਵਾਰ ਉਹਦਾ ਕਰਮ ਹੋ ਜਾਏ ਤਾਂ ਫਿਰ ਉਸ ਨੂੰ ਮਿਲ ਗਏ। ਜਿਵੇਂ ਕਿ ਕੋਈ ਪਿਤਾ ਆਪਣੇ ਬੱਚੇ ਨੂੰ ਸੰਭਾਲ ਲੈਂਦਾ ਹੈ, ਹੁਣ ਮੈਨੂੰ ਕਰਨ ਦੀ ਲੋੜ ਨਹੀਂ ਹੈ, ਹੁਣ ਸੱਚਖੰਡ ਵਿੱਚ ਉਹੀ ਲੈ ਜਾਏਗਾ ਮੈਨੂੰ। ਜਿਵੇਂ ਕਿ ਇਹ ਸਾਰੀ ਉਲਝਣਾ, ਸਾਰੇ ਜਿਹੜੇ ਹਨੇਰੇ ਹਨ, ਇਹ ਸਾਰੇ ਹੁਣ ਸਲਿਊਸ਼ਨ ਬਣ ਗਏ ਹਨ। ਜੀਵਨ ਦੁਨੀਆ ਵਿੱਚ
ਕਿਤਨਾ ਔਖਾ ਹੈ। ਸਭ ਤੋਂ ਪਹਿਲਾਂ ਤਾਂ ਇੱਥੇ ਅਨਸਰਟਨਿਟੀ ਹੈ। ਕੱਲ੍ਹ ਕੀ ਹੋ ਜਾਏਗਾ ਕੌਣ ਜਾਣਦਾ ਹੈ। ਇਸ ਕਰਕੇ ਅਸੀਂ ਸਾਰੇ ਲੋਕ ਵਿਚਰਦੇ ਹਾਂ ਦੁਨੀਆ ਵਿੱਚ, ਇੱਕ ਬਹੁਤ ਵੱਡੀ ਅਜ਼ੰਪਸ਼ਨ ਕਰਦੇ ਹਾਂ ਕਿ ਕੁਛ ਨਹੀਂ ਹੋਏਗਾ। ਅੱਜ ਮੈਂ ਘਰੋਂ ਨਿਕਲਦਾ ਹਾਂ ਕੰਮ 'ਤੇ ਜਾਣ ਵਾਸਤੇ, ਕੋਈ ਗਰੰਟੀ ਨਹੀਂ ਹੈ ਪਹੁੰਚਾਂਗਾ। ਪਰ ਜੇ ਮੈਂ ਇਸ ਥਾਟ ਦੇ ਵਿੱਚ ਜੀਵਾਂਗਾ ਤਾਂ ਜੀਣਾ ਹੀ ਔਖਾ ਹੋ ਜਾਣਾ। ਤਾਂ ਫਿਰ ਮੈਂ ਅਜ਼ਿਊਮ ਕਰਦਾ ਮੈਂ ਜਾ ਰਿਹਾ ਤਾਂ ਪਹੁੰਚ ਜਾਵਾਂਗਾ। ਇੱਕ ਰੂਪ ਨਾਲ ਦੇਖਿਆ ਜਾਏ ਤਾਂ ਨਿਰੰਕਾਰ ਨੇ ਸਭ ਨੂੰ ਸੰਭਾਲਿਆ ਹੋਇਆ ਹੈ। ਕੋਈ ਵੀ ਉਸ ਦੀ ਸੰਭਾਲ ਤੋਂ ਬਾਹਰ ਨਹੀਂ ਹੈ। ਅਸੀਂ ਅੱਖਾਂ ਨਹੀਂ ਖੋਲ੍ਹਦੇ ਹਾਂ ਔਰ ਅਸੀਂ ਆਪਣੇ ਮਨ ਦੀ ਦੀਵਾਰ ਨੂੰ ਵਿਚਾਰਾਂ ਦੀ ਦੀਵਾਰ ਨਾਲ ਇੰਨਾ ਭਰ ਦਿੰਦੇ ਹਾਂ ਕਿ ਸਾਨੂੰ ਉਹ ਦਿਖਦਾ ਹੀ ਨਹੀਂ ਹੈ। ਬਾਦ ਦਫਾ ਦੁਨੀਆ ਇਹੀ ਕਹਿੰਦੀ ਹੈ ਕਿ ਸਾਡਾ ਕਾਮ ਸਭ ਤੋਂ ਵੱਡਾ ਬੈਰੀ ਹੈ। ਮੈਨੂੰ ਲੱਗਦਾ ਹੈ ਸਭ ਤੋਂ ਵੱਡਾ ਬੈਰੀ ਅੱਖਾਂ ਬੰਦ ਕਰ ਲੈਣਾ ਹੈ ਸੱਤ ਦੇ ਸਾਹਮਣੇ। ਕਾਮ ਤਾਂ ਇੱਕ ਬਹਾਨਾ ਹੈ। ਜਿਵੇਂ ਕਿ ਸਾਡੇ ਸਾਹਮਣੇ ਕੋਈ ਮਿੱਤਰ ਬੈਠਾ ਹੋਏ ਔਰ ਅਸੀਂ ਉਸ ਨਾਲ ਰਸਤਾ ਰਾਫਤਾ ਨਾ ਬਣੇ, ਸਭ ਕੁਝ ਕरें ਕਿ ਉਹਦੇ ਨਾਲ ਰਾਫਤਾ ਨਾ ਬਣੇ। ਆਪਣੇ ਆਪ ਨੂੰ ਵੀ ਧੋਖਾ ਦਈਏ, ਮਿੱਤਰ ਨੂੰ ਵੀ ਔਰ ਸਾਂਝ ਨੂੰ ਵੀ ਅਸੀਂ ਖਰਾਬ ਕਰੀਏ। ਇਹਦੇ ਵਿੱਚ ਥੋੜ੍ਹੇ ਜਿਹੇ ਭੇਦ ਹਨ। ਉਸ ਨੂੰ ਸਭ ਨੂੰ ਸੰਭਾਲਿਆ ਹੈ, ਇਹ ਮੈਨੂੰ ਜਾਣਨਾ ਹੈ। ਸਿਰਫ ਆਪਣੇ ਆਪ ਨੂੰ ਵਿਚਾਰ ਦੇ ਨਾਲ ਦੱਸਣ ਲਈ ਗੱਲ ਨਹੀਂ ਬਣੇਗੀ। ਵਿਚਾਰ ਤਾਂ ਸਾਰੇ ਇੱਕ ਤਰ੍ਹਾਂ ਦਾ ਜੀਵਨ ਨੂੰ ਜੀਣ ਦੇ ਵਾਸਤੇ ਕੁਝ ਹਥਿਆਰ ਹਨ ਸਾਡੇ ਕੋਲ। ਉਹ ਵਿਚਾਰਾਂ ਨਾਲ ਅਸੀਂ ਜੀਵਨ ਜੀਂਦੇ ਹਾਂ। ਤੱਤ ਗਿਆਨ ਵੀ ਇੱਕ ਸ਼ਬਦ ਵਿਚਾਰ ਦਾ ਅਰਥ ਬਣਦਾ ਹੈ। ਵਿਚਾਰ ਦਾ ਅਰਥ ਇਹ ਵੀ ਬਣਦਾ ਤੱਤ ਗਿਆਨ ਕੀ ਹੈ। ਜਦੋਂ ਤੱਤ ਵੱਲ ਜਾਵਾਂਗੇ ਤਾਂ ਉੱਥੇ ਸੋਚ ਕੰਮ ਨਹੀਂ ਆਏਗੀ, ਸਿਆਣਪ ਕੰਮ ਨਹੀਂ ਆਏਗੀ। ਕੰਮ ਕੀ ਆਏਗਾ? ਅੱਖਾਂ ਖੋਲ੍ਹਣਾ ਕੰਮ ਆਏਗਾ। ਕਿ ਸੱਚਿਆਰਾ ਹੋਈਏ, ਕਿ ਕੂੜੇ ਟੁੱਟੇ ਪਾਲ। ਕੂੜ ਦੀ ਪਾਲ ਦੇ ਵਿੱਚ ਆਪਣੀਆਂ ਅੱਖਾਂ ਖੋਲ੍ਹਦੇ ਹਾਂ, ਕੂੜ ਗਿਰ ਜਾਏ। ਜਦ ਤੱਕ ਮੈਂ ਉਹਦੇ ਆਨੰਦ ਨੂੰ ਨਹੀਂ ਜਾਣ ਪਾਵਾਂਗਾ ਤਦ ਤੱਕ ਮੈਨੂੰ ਭਰੋਸਾ ਨਹੀਂ ਹੋਏਗਾ ਉਹ ਸਭ ਨੂੰ ਸੰਭਾਲਦਾ ਹੈ। ਹੋਏਗਾ ਵੀ ਤੇ ਸਿਰਫ ਵਿਚਾਰਾਂ ਦੇ ਵਿੱਚ ਹੋਏਗਾ। ਉੱਪਰੋਂ ਮਨ ਨੂੰ ਸਮਝਾਉਣ ਦੀ ਗੱਲ ਹੋਏਗੀ, ਮਨ ਭਿੱਜੇਗਾ ਨਹੀਂ। ਜਿਸ ਦਿਨ ਮਨ ਵਿੱਚ ਆਨੰਦ ਆ ਗਿਆ ਉਸ ਦਿਨ ਸਮਝ ਆ ਜਾਏਗੀ ਕਿਹੜੀ ਚੀਜ਼ ਸੰਭਾਲਣ ਵਾਲੀ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ। ਮੈਨੂੰ ਐਕਸਪੀਰੀਅੰਸ ਤਾਂ ਨਹੀਂ ਹੈ, ਪਰ ਜਿਵੇਂ ਬਜ਼ੁਰਗ ਦੱਸਦੇ ਸਨ, ਇਸ ਪੌੜੀ ਵਿੱਚ ਦੋਨਾਂ ਦੇ ਦਰਸ਼ਨ ਇਕੱਠੇ ਹੋ ਰਹੇ ਹਨ, ਕਰਮਖੰਡ ਤੇ ਸੱਚਖੰਡ। ਜਿਵੇਂ ਕਰਮ ਔਰ ਸੱਚਖੰਡ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਉਹਦਾ ਕਰਮ ਹੋ ਗਿਆ ਤੇ ਸੱਚਖੰਡ ਪਹੁੰਚ ਗਿਆ। ਜਿੱਥੇ ਉਹ ਰਹਿੰਦਾ ਹੈ ਉੱਥੇ ਮੇਰੇ ਹੰਕਾਰ ਨਹੀਂ ਜਾ ਸਕੇਗਾ। ਉੱਥੇ ਉਹੀ ਹੋਏਗਾ। ਇਹਨੂੰ ਜਾਣ ਲਈਏ ਕਿ ਮੇਰੀ ਮਨ ਦੀ ਤਹਿ ਵਿੱਚ ਜਾਣ ਵਾਸਤੇ ਮੈਨੂੰ ਹੰਕਾਰ ਤੋਂ ਪਰੇ ਜਾਣਾ ਪਏਗਾ। ਹੰਕਾਰ ਤੋਂ ਪਰੇ ਜਾਣਾ ਬਹੁਤ ਔਖਾ ਹੈ। ਤਾਂ ਹੀ ਇਸ ਪੌੜੀ ਵਿੱਚ ਸਾਹਿਬ ਸੂਰਮਿਆਂ ਦੀ ਗੱਲ ਸ਼ੁਰੂ ਕਰ ਦਿੰਦੇ ਹਨ। ਕਹਿ ਰਹੇ ਹਨ ਕਿ ਇੱਥੇ ਸਿਰਫ ਇੱਕੋ ਤਰ੍ਹਾਂ ਦੇ ਲੋਕ ਚੱਲਦੇ ਹਨ ਜਿਨ੍ਹਾਂ ਨੂੰ ਬਾਣੀ ਦੇ ਦਰਸ਼ਨ ਹਨ। ਗੱਲ ਸਾਰੀ ਇੱਥੇ ਆਉਂਦੀ ਹੈ ਕਿ ਮਨ ਸਮਝੇਗਾ ਕਦੋਂ? ਕਦੋਂ ਮਨ ਵਿੱਚ ਇਹ ਭਰੋਸਾ ਹੋ ਜਾਏਗਾ ਕਿ ਜਪ ਮਨ ਸਤਨਾਮ ਸਦਾ ਸਤਨਾਮ, ਰਾਮ ਸਿਮਰ ਇਹੀ ਤੇਰੋ ਕਾਜ ਹੈ। ਕਦੋਂ ਸਮਝੇਗਾ ਮਨ? ਕੀਰਤਨ ਤੇ ਅਸੀਂ ਵੀ ਕਰਦੇ ਹਾਂ, ਸਮਝਦਾ ਨਹੀਂ ਮਨ। ਅਗਰ ਮਨ ਸਮਝ ਜਾਏ ਤਾਂ ਮਨ ਆਪਣਾ ਰਸਤਾ ਕੱਢ ਲਏਗਾ ਫਿਰ। ਪਰ ਇਹ ਹੌਲੇ ਹੌਲੇ ਹੁੰਦਾ ਹੈ।
ਜਦੋਂ दलदल विल फंस जाए आदमी फिर जोर लगाना बनता नहीं है, फिर जितना जोर लगावांगे उतना होर धसेगा। इस करके ਜਦੋਂ ਕਿਸੇ ਵਿਪਤਾ ਵਿੱਚ ਫਸ ਜਾਈਏ, ਮਨ ਕਰਕੇ, ਖਾਸ ਕਰਕੇ ਗੱਡੀ ਵੀ ਫਸ ਜਾਏ ਮੱਟੀ ਵਿੱਚ, ਜ਼ੋਰ ਨਾਲ ਹੋਰ ਧੱਸੇਗੀ ਥੱਲੇ, ਕੁਝ ਸੋਚ ਲਗਾਉਣੀ ਪਏਗੀ। ਇਸ ਤਰ੍ਹਾਂ ਮਨ ਵਿੱਚ ਵੀ ਹੈ। ਜਦੋਂ ਮਨ ਫਸ ਗਿਆ ਕਿਸੇ ਦਲਦਲ ਵਿੱਚ, ਇਹਨੂੰ ਜ਼ੋਰ ਨਾਲ ਨਹੀਂ ਨਿਕਲੇਗਾ, ਇਹਨੂੰ ਸਹਾਰਾ ਦੇਣਾ ਹੈ। ਬਾਪ ਬੀਠਲਾ ਬਾਂਹ ਦੇ, ਮੈਨੂੰ ਬਾਂਹ ਦੇ ਦੇ। ਕੱਲ੍ਹ ਇੱਕ ਕਿਸੇ ਮਿੱਤਰ ਦੀ ਗੱਲ ਚੱਲੀ, ਉਹ ਪਰੇਸ਼ਾਨ ਸੀ, ਪਰ ਉਹਨੇ ਇੱਕ ਪਿਆਰੀ ਗੱਲ ਕੀਤੀ। ਕਹਿੰਦੇ ਰਾਤ ਜਦੋਂ ਮੈਂ ਅਰਦਾਸ ਕਰਦਾ ਤਾਂ ਸਵੇਰੇ ਕੁਛ ਨਾ ਕੁਛ ਹੱਲ ਲੱਭ ਜਾਂਦਾ ਹੈ। ਮਨ ਦੇ ਹਨੇਰੇ ਵਿੱਚ ਕੀ ਹੱਲ ਹੈ? ਇਹ ਸਮਾਂ ਉਹ ਨਹੀਂ ਹੈ ਕਿ ਜਦੋਂ ਮੈਂ ਇਹ ਕਹਾਂ ਕਿ ਮੇਰੇ ਨਾਲ ਇਹ ਕਿਉਂ ਹੋਇਆ, ਉਹ ਕਿਉਂ ਹੋਇਆ, ਮੇਰੇ ਨਾਲ ਗਲਤ ਹੋਇਆ, ਮੈਂ ਤਾਂ ਕੁਝ ਗਲਤ ਨਹੀਂ ਕੀਤਾ। ਸਾਨੂੰ ਆਪਣਾ ਗਿਆਨ ਆਪ ਨਹੀਂ ਹੈ ਕਿ ਮੈਂ ਹਾਂ ਕੀ, ਪਰ ਇੱਕ ਵਰੀਆ ਮਨੁੱਖ ਦੇ ਹੁਰੀਆ, ਇੱਕ ਚਾਂਸ ਮਿਲਿਆ ਹੈ। ਕੀ ਵਾਸਤੇ, ਕਿਸ ਵਾਸਤੇ ਚਾਂਸ ਮਿਲਿਆ? ਇਹਨਾਂ ਖੰਡਾਂ ਵਿੱਚ ਟੁਰਨ ਲਈ ਇੱਕ ਮੌਕਾ ਮਿਲਿਆ ਹੈ। ਮੈਂ ਜਾਣ ਲਵਾਂ ਧਰਮ ਕੀ ਹੈ, ਆਪਣੇ ਮਨ ਨੂੰ ਸੰਭਾਲਣਾ, ਮਨ ਨੂੰ ਕੱਢਣਾ, ਜਾਣਨਾ ਕਿ ਮਨ ਵਿੱਚ ਮੈਂ ਧਾਰਨ ਕਰ ਲਿਆ, ਮੈਂ ਸਿੱਖ ਹਾਂ, ਮੈਂ ਧਾਰਨ ਕਰ ਲਿਆ, ਗੁਰੂ ਸਦਾ ਮੇਰੇ ਨਾਲ ਹੈ। ਮੈਂ ਧਰਮ ਨੂੰ ਜਾਣ ਵਾਸਤੇ, ਵੱਲ ਜਾਣ ਵਾਸਤੇ ਉੱਠਿਆ ਹਾਂ, ਕਿਉਂਕਿ ਮੈਨੂੰ ਦਿਖ ਗਿਆ ਕਿ ਜੀਵਨ ਵਿੱਚ ਇਹ ਕਮਾਣਾ ਹੈ, ਇਹ ਮੇਰੀ ਡਿਊਟੀ ਹੈ, ਇਹ ਧਰਮ ਹੈ ਮੇਰਾ। ਫਿਰ ਧਰਮ ਦੇ ਇੱਕ ਅਰਥ ਬਣਦੇ ਹੈ, ਅਸਲ ਵਿੱਚ ਅਸਲ ਨੇਚਰ ਕੀ ਹੈ। ਜਿਵੇਂ ਸੂਰਜ ਤਪਦਾ ਹੈ ਗਰਮੀ ਵਿੱਚ, ਸੂਰਜ ਦਾ ਨੇਚਰ ਹੈ, ਤਪਦੀ ਹੈ ਉੱਥੇ। ਮਨ ਦਾ ਅਸਲ ਨੇਚਰ ਕੀ ਹੈ, ਮਨ ਦੀ ਅਸਲ ਬਣਤ ਕੀ ਹੈ, ਇਹ ਧਰਮ ਹੈ। ਧਰਮ ਖੰਡ ਵਿੱਚ ਤਾਂ ਉਤਰਾਂਗੇ ਜਦੋਂ ਇਸ ਪਾਸੇ ਵੱਲ ਟੁਰ ਪਾਵਾਂਗੇ। ਰਸਤੇ ਵਿੱਚ ਵਿਘਨ ਬੜੇ ਆਉਂਦੇ ਨੇ, ਵਿਚਾਰ ਹੀ ਵਿਘਨ ਹਨ। ਜਿਤਨੇ ਵਿਚਾਰ ਚੱਲਣਗੇ ਉਤਨੇ ਵਿਘਨ ਬਣਨਗੇ। ਮਹਾਰਾਜ ਸਾਨੂੰ ਗਿਆਨ ਦੇ ਵਿੱਚ ਜੋ ਖੰਡ ਵਿੱਚ ਦੱਸਦੇ ਹਨ ਕਿ ਕਿਸ ਤਰ੍ਹਾਂ ਗਿਆਨ ਹੈ, ਬੇਅੰਤਤਾ ਦਾ ਗਿਆਨ ਹੈ। ਫਿਰ ਸ਼ਰਮ ਖੰਡ ਵਿੱਚ ਲੈ ਜਾਂਦੇ ਹਨ, ਜਿਹਦੀ ਬਣਤ ਹੀ ਬੜੀ ਸੁੰਦਰ ਹੈ। ਜਾਂ ਅਗਰ ਮਿਹਨਤ ਦਾ ਖੰਡ ਸਮਝੀਏ ਤਾਂ ਮਿਹਨਤ ਉਹਦਾ ਰੂਪ ਹੋ ਜਾਂਦਾ ਹੈ। ਉੱਥੇ ਘੜਿਆ ਜਾਂਦਾ ਮਨ, ਸ਼ਬਦ ਦੇ ਨਾਲ ਸਾਂਝ ਪਾ ਕੇ ਘੜਿਆ ਜਾਏਗਾ। ਉਹ ਕਹਿੰਦੇ ਨੇ ਇਹ ਗੱਲਾਂ ਨਹੀਂ ਕਹੀ ਜਾ ਸਕਦੀਆਂ, ਕਹਿਣੀ ਬੜੀ ਮੁਸ਼ਕਿਲ ਹਨ। ਸੁਰਤ ਦਾ ਗਿਆਨ ਦੇ ਰਹੇ ਹਨ, ਸੁਰਤ, ਮਤ, ਮਨ, ਬੁੱਧ। ਹੁਣ ਕਰਮ ਖੰਡ ਵਿੱਚ ਸਾਹਿਬ ਉਤਾਰਦੇ ਹਨ ਸਾਨੂੰ। ਕਰਮ ਖੰਡ ਕੀ ਬਾਣੀ ਜੋਰ। ਇੱਥੇ ਜਦ ਤੱਕ ਮੇਰਾ ਹੰਕਾਰ ਸੀ ਤਾਂ ਜ਼ੋਰ ਮੈਨੂੰ ਆਪਣੇ 'ਤੇ ਨਿਰਭਰ ਸੀ। ਮੈਂ ਜ਼ੋਰ ਨੂੰ ਕਿਵੇਂ ਜਾਣਦਾ ਹਾਂ? ਮੈਂ ਆਪਣੇ ਆਪ ਨੂੰ ਬਲੀ ਸਮਝਦਾ ਹਾਂ, ਉੱਥੋਂ ਮੈਨੂੰ ਜ਼ੋਰ ਮਿਲਦਾ ਹੈ। ਪਰ ਉਸ ਜ਼ੋਰ ਦੇ ਆਧਾਰ ਕੀ ਹੈ? ਮੇਰਾ ਹੰਕਾਰ। ਔਰ ਜਪਜੀ ਸਾਹਿਬ ਦੇ ਵਿੱਚੋਂ ਵਿਚਰਦੇ ਹੋਏ ਸਾਨੂੰ ਇੱਕ ਗੱਲ ਦੇ ਦਰਸ਼ਨ ਬਾਰ-ਬਾਰ ਹੁੰਦੇ ਹਨ ਕਿ ਮੈਂ ਦੁਨੀਆ ਦਾ ਸੈਂਟਰ ਨਹੀਂ ਹਾਂ। ਸਾਰੀ ਸ੍ਰਿਸ਼ਟੀ ਬੇਅੰਤਤਾ ਦੇ ਆਧਾਰ 'ਤੇ ਬਣੀ ਹੈ। ਇੱਥੇ ਸਭ ਬੇਅੰਤ, ਇੱਥੇ ਦੇਵਤੇ ਵੀ ਬੇਅੰਤ ਹਨ, ਮੰਡਲ ਵੀ, ਖੰਡ ਵੀ, ਸਭ ਬੇਅੰਤ ਹਨ। ਉਹਦੇ ਵਿੱਚ ਮੇਰੀ ਹੋਂਦ ਕਿੰਨੀ ਕੁ ਹੈ?
ਤਾਂ ਮੇਰਾ ਜ਼ੋਰ ਵੀ ਉਨਾ ਹੀ ਹੈ। ਇੱਥੇ ਤਾਂ ਇਹੋ ਜਿਹੀਆਂ ਦੁਨੀਆ ਨੇ ਜਿਹੜੀਆਂ ਨੂੰ ਮੈਂ ਦੇਖ ਹੀ ਨਹੀਂ ਸਕਦਾ, ਉੱਥੇ ਮੇਰਾ ਕਿਹੜਾ ਜ਼ੋਰ ਚੱਲੇਗਾ। ਸਾਨੂੰ ਆਪਣੇ ਦੇਸ਼, ਆਪਣੀ ਦੁਨੀਆ, ਆਪਣੇ ਪਰਿਵਾਰ, ਆਪਣੇ ਕਾਰੋਬਾਰ, ਆਪਣੇ ਸ਼ਹਿਰ, ਉੱਥੇ ਹੀ ਦੋ ਜ਼ੋਰ ਨਹੀਂ ਚੱਲਦਾ ਸਾਡਾ। ਪਰ ਜੇ ਅਗਰ ਸੁਰਤ ਕਰਕੇ ਮੈਂ ਹੰਕਾਰ ਤੋਂ ਪਰੇ ਚਲੇ ਜਾਵਾਂ, ਨਿਰੰਕਾਰ ਦੇ ਵਿੱਚ ਧਿਆਨ ਬਿਠਾ ਲਵਾਂ, ਨਿਰੰਕਾਰ ਦੇ ਘਰ ਵਿੱਚ ਚਲੇ ਜਾਵਾਂ, ਤਾਂ ਜ਼ੋਰ ਫਿਰ ਉਹਦਾ ਹੈ, ਮੇਰਾ ਨਹੀਂ ਹੈ। ਫਿਰ ਉਹਦਾ ਸਭ ਜਗ੍ਹਾ ਜ਼ੋਰ ਹੈ। ਫਿਰ ਕੋਈ ਦੁਨੀਆ ਦੀ ਇਹੋ ਜਿਹੀ ਅਵਸਥਾ ਨਹੀਂ ਜਿਹਦੇ 'ਚ ਉਹਦਾ ਜ਼ੋਰ ਨਹੀਂ ਚੱਲਦਾ। ਪੂਰੇ ਬ੍ਰਹਮੰਡ ਵਿੱਚ ਉਹਦਾ ਹੀ ਜ਼ੋਰ ਹੈ। ਇਸ ਚੀਜ਼ ਨੂੰ ਮੈਂ ਕਮਾ ਲਿਆ ਤਾਂ ਉਸ ਜ਼ੋਰ ਨੂੰ ਮੈਂ ਜਾਣ ਲਿਆ, ਤਾਂ ਮੇਰੇ ਕਰਮ ਦੇ ਖੰਡ ਵਿੱਚ ਉਸ ਦੇ ਜ਼ੋਰ ਨੂੰ ਮੈਂ ਜਾਣ ਲਿਆ। ਜਦ ਉਸਨੇ ਮੈਨੂੰ ਨਜ਼ਰ ਦੀ ਦ੍ਰਿਸ਼ਟੀ ਨਾਲ ਦੇਖਿਆ, ਉਹਦੀ ਦਇਆ, ਜੋ ਤੌਲ ਧਰਮ ਦਇਆ ਕਾ ਪੂਤ, ਜੋ ਧਰਮ ਬਣਿਆ ਉਹਦੀ ਦਇਆ ਨਾਲ ਬਣਿਆ। ਅਖੀਰ ਉਹਦੀ ਦਇਆ ਨਾਲ ਹੀ ਮੈਨੂੰ ਮੇਰਾ ਘਰ ਮਿਲੇਗਾ, ਜਿਹੜਾ ਉਹਦਾ ਘਰ ਹੈ। ਚਾਹਣ ਨਾਲ ਨਹੀਂ ਮਿਲੇਗਾ। ਕਰਮ ਖੰਡ ਕੀ ਬਾਣੀ ਜ਼ੋਰ, ਇਹਦੀ ਬਣਤ ਜ਼ੋਰ ਹੈ। ਉਹਦਾ ਜ਼ੋਰ ਹੁਣ ਮੈਨੂੰ ਸਮਝ ਆ ਗਿਆ। ਹੁਣ ਉਹਦਾ ਜ਼ੋਰ ਮੇਰਾ ਹੋ ਗਿਆ, ਕਿਉਂਕਿ ਮੈਂ ਤਾਂ ਰਿਹਾ ਨਹੀਂ, ਉਸ ਨੂੰ ਹੀ ਜਾਣਦਾ ਹਾਂ ਮੈਂ ਵੀ ਨਹੀਂ ਹਾਂ ਉੱਥੇ, ਤਿੱਥੇ ਹੋਰ ਨਾ ਕੋਈ ਹੋਰ, ਕੇਵਲ ਨਿਰੰਕਾਰ ਇੱਥੇ ਹਾਜ਼ਰ ਹੈ। ਤਿੱਥੇ ਜੋਧ ਮਹਾਬਲ ਸੂਰ, ਯੋਧੇ ਕਹਿ ਰਹੇ ਹਨ, ਮਹਾਬਲੀ ਸੂਰਮੇ, ਜਿਨ੍ਹਾਂ ਨੇ ਹੰਕਾਰ ਤਿਆਗ ਦਿੱਤਾ। ਹੰਕਾਰ ਨੂੰ ਤਿਆਗਣਾ ਸੌਖਾ ਕੰਮ ਨਹੀਂ ਹੈ। ਅਸੀਂ ਜਾਣਦੇ ਹੀ ਸਿਰਫ ਹੰਕਾਰ ਨੂੰ ਹਾਂ। ਸ਼ਬਦ ਦੇ ਰਸਤੇ ਹੈ, ਹੰਕਾਰ ਕਾਬੂ ਆਏਗਾ। ਜਦੋਂ ਮਨ ਤਿਆਗਿਆ ਗਿਆ ਔਰ ਸ਼ਬਦ ਦੇ ਦਰਸ਼ਨ ਹੋ ਗਏ ਔਰ ਸ਼ਬਦ ਹੀ ਸੁਰਤ ਹੋ ਗਿਆ, ਨਾ ਮੈਂ ਰਿਹਾ, ਕੇਵਲ ਬਾਣੀ, ਸ਼ਬਦ ਦੀ ਹਜ਼ੂਰੀ ਔਰ ਆਨੰਦ ਦੀ ਵਰਖਾ। ਜਿਵੇਂ ਕਿ ਹੁਣ ਸੁਰਤ ਵਿੱਚ ਕੋਈ ਜਗ੍ਹਾ ਨਹੀਂ ਰਹਿ ਗਈ ਹੋਰ ਕਿਸੇ ਕਰਮ ਦੀ। ਰਸਤੇ ਵਿੱਚ ਤਾਂ ਮੈਨੂੰ ਮੇਰੀ ਅਵਸਥਾ ਡਾਮਾਡੋਲ ਹੀ ਚੱਲਦੀ ਰਹੀ। ਜਿਵੇਂ ਕਿ ਕਦੇ ਜੁੜ ਜਾਂਦੀ ਹੈ ਸੁਰਤ, ਕਦੇ ਨਹੀਂ ਵੀ ਜੁੜਦੀ ਹੈ। ਪਰ ਹੁਣ ਇਸ ਖੰਡ ਵਿੱਚ, ਕਰਮ ਦੇ ਖੰਡ ਵਿੱਚ, ਇਹ ਗੱਲ ਹੁਣ ਨਹੀਂ ਰਹੀ ਹੈ। ਇਸ ਕਰਮ ਨੂੰ ਹੁਣ ਕੋਈ ਉਲਟਾ ਨਹੀਂ ਸਕਦਾ ਹੈ। ਇਹ ਜਿਹੜੀ ਨਜ਼ਰ, ਉਸ ਦੀ ਦ੍ਰਿਸ਼ਟੀ ਹੋ ਰਹੀ ਹੈ, ਇਹ ਪਲਟੀ ਨਹੀਂ ਜਾ ਸਕਦੀ। ਹੁਣ ਇਹ ਇਰਰਿਵਰਸਿਬਲ ਚੇਂਜ ਹੋ ਗਿਆ ਮਨ ਵਿੱਚ। ਤਿੰਨ ਮੇ ਰਾਮ ਰਿਹਾ ਭਰਪੂਰ। ਹੁਣ ਨਿਰੰਕਾਰ ਪੂਰਾ ਭਰਪੂਰ ਹੋ ਗਿਆ। ਹੁਣ ਉੱਥੇ ਇੱਕ ਲਗਾ ਮਾਤਰ ਵੀ ਜਗ੍ਹਾ ਨਹੀਂ ਰਹਿ ਗਈ ਮੇਰੇ ਹੰਕਾਰ ਲਈ, ਜਿਹੜਾ ਮੈਂ ਪਹਿਲੇ ਵਰਤ ਲੈਂਦਾ ਸੀ। ਤਾਂ ਹੰਕਾਰ ਤੋਂ ਫਿਰ ਹੋਰ ਕਹਾਣੀਆਂ ਤਾਂ ਸ਼ੁਰੂ ਹੀ ਉੱਥੋਂ ਹੀ ਹੁੰਦੀਆਂ, ਮੇਰੀ ਥੋਟ ਤੋਂ, ਮੇਰੇ ਹੰਕਾਰ ਤੋਂ। ਜਦ ਰਾਮ ਭਰਪੂਰ ਹੋ ਗਿਆ ਮੇਰੇ ਸੁਰਤ ਵਿੱਚ, ਕੋਈ ਹੋਰ ਜਗ੍ਹਾ ਰਹੀ ਨਹੀਂ, ਤਾਂ ਕੋਈ ਕਹਾਣੀ ਸ਼ੁਰੂ ਹੀ ਨਹੀਂ ਹੋ ਸਕਦੀ। ਹੁਣ ਮੇਰਾ ਕੋਈ ਕਰਮ ਨਹੀਂ ਰਹਿ ਗਿਆ। ਜਿਵੇਂ ਉਹਦੀ ਮਹਿਮਾ ਦੇ ਵਿੱਚ ਸੀਤਾ ਗਿਆ, ਮੈਂ ਸੀਤੋ ਸੀਤਾ ਗਿਆ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਇਹ ਸੀਤੇ, ਸਾਰੀ ਦੁਨੀਆ ਹੀ ਸੀਤੀ ਗਈ ਹੈ ਉਹਦੇ ਵਿੱਚ, ਇੱਕੋ ਇੱਕ ਸਾਰ ਦੇ ਨਾਲ ਜੁੜੀ ਹੋਈ ਹੈ। ਕੋਈ ਵੀ ਇੱਕ ਇਵੈਂਟ ਆਪਣੇ ਆਪ ਵਿੱਚ ਅਲੱਗ ਨਹੀਂ ਹੈ, ਸਭ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਸਾਨੂੰ ਇਹਨੂੰ ਸਮਝਣਾ ਬੜਾ ਮੁਸ਼ਕਿਲ ਹੈ ਲੌਜਿਕ ਵਿੱਚ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਕੁਝ ਹੋ ਰਿਹਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਤਾਂ ਕਿ ਰੂਪ ਨਾ ਕਥਨੇ ਜਾਏ। ਹੁਣ ਇਹ ਜਿਹੜੀ ਅਵਸਥਾ ਹੈ, ਇਹਦੀ ਗੱਲ ਕਥਨ ਤੋਂ ਪਰੇ ਹੈ, ਕਿਉਂਕਿ ਉਹਦੀ ਮਹਿਮਾ,
ਉਹਦਾ ਕਰਮ ਬਿਆਨ ਤੋਂ ਪਰੇ ਹੈ। ਉਹ ਮੇਰੇ ਮਨ ਨੂੰ ਕਿਵੇਂ ਬਦਲੇਗਾ, ਕਿਵੇਂ ਮੇਰਾ ਮਨ ਵਿੱਚ ਕੀ ਭੇਦ ਆ ਜਾਏਗਾ ਹੁਣ ਨਵਾਂ, ਇਹ ਕਹਿਣ ਤੋਂ ਪਰੇ ਹੈ। ਮੌਤ ਤਾਂ ਹੁਣ ਖਤਮ ਹੋ ਗਈ। ਇਸ ਖੰਡ ਵਿੱਚ ਜਦੋਂ ਆ ਗਏ, ਨਾ ਉਹ ਮਰੇ ਨਾ ਠਾਗੇ ਜਾਏ। ਇੱਕ ਤਾਂ ਇੱਕ ਇਹੋ ਜਿਹੀ ਅਵਸਥਾ ਮਿਲ ਗਈ ਹੈ ਜਿਹੜੀ ਅਵਸਥਾ ਕੋਈ ਲੈ ਹੀ ਨਹੀਂ ਸਕਦਾ, ਤਾਂ ਠੱਗੇਗਾ ਕਿਵੇਂ? ਦੁਨਿਆਵੀ ਪੱਧਰ ਤੇ ਵੀ ਨਹੀਂ ਠੱਗ ਸਕਦੇ ਉਸ ਨੂੰ, ਕਿਉਂਕਿ ਅਸੀਂ ਇੱਕ ਜਨ ਨਾਲ ਹੁਣ ਵਰਤਾ ਨਹੀਂ ਰਹੇ ਹਾਂ। ਉਸ ਜਨ ਦੇ ਪਿੱਛੇ ਜੋ ਸ਼ਕਤੀ ਖੜੀ ਹੈ ਉਹ ਪ੍ਰਗਟ ਹੈ। ਹੁਣ ਭਗਤ ਨਾਮਦੇਵ ਦੀ ਕਿੰਨੀਆਂ ਕਥਾਵਾਂ ਨੇ ਅੱਜ ਦੀ ਦੁਨੀਆ ਵਿੱਚ ਤਾਂ ਮੰਨੇਗਾ ਨਹੀਂ ਕੋਈ। ਪਰ ਕਿਵੇਂ ਠੱਗੋਗੇ ਉਸ ਨੂੰ ਜਿਹੜਾ ਸਾਰੇ ਮਾਲਕ ਬੈਠਾ ਹੈ ਮਨ ਦੇ ਅੰਦਰ? ਉਸ ਨੂੰ ਕਿਹੜੀ ਠੱਗੀ ਲਵਾਂਗਾ? ਮੈਂ ਸੋਚ ਸਕਦਾ ਮੈਂ ਠੱਗ ਲਿਆ, ਪਰ ਕਦੇ ਠੱਗ ਪਾਵਾਂਗਾ ਨਹੀਂ। ਮੈਂ ਆਪਣੇ ਆਪ ਨੂੰ ਹੀ ਠੱਗ ਰਿਹਾ ਹਾਂ, ਕਿਉਂਕਿ ਮੈਂ ਹੰਕਾਰ ਵਿੱਚ ਖੜਾ ਹਾਂ, ਉਹ ਨਿਰਹੰਕਾਰ ਵਿੱਚ ਖੜਾ ਹੈ। ਜੋ ਵੀ ਮੇਰੀ ਸੋਚ ਹੈ ਕਿ ਮੈਂ ਉਸ ਤੋਂ ਜਿੱਤ ਲਿਆ ਜਾਂ ਉਸ ਤੋਂ ਠੱਗ ਲਿਆ, ਝੂਠ ਤਾਂ ਪਲੰਗਾ ਦਿਖਦੀ ਹੈ। ਉਸ ਤੋਂ ਕਿਵੇਂ ਠੱਗੋਗੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ? ਲੈ ਕੇ ਕਿੱਥੇ ਜਾਓਗੇ? ਜਿੱਧਰ ਵੀ ਵਸਤੂ ਲੈ ਕੇ ਜਾਓ ਜਾਂ ਨਾ ਲੈ ਕੇ ਜਾਓ, ਉਸੇ ਦਾ ਹਾਜ਼ਰੀ ਹੈ, ਉਸ ਤੋਂ ਕੁਝ ਲਿਆ ਹੀ ਨਹੀਂ ਜਾ ਸਕਦਾ। ਇਹ ਤਾਂ ਗੱਲ ਉਹ ਹੁੰਦੀ ਹੈ ਕਿ ਆਈ ਕੈਨ ਹੈਵ ਮਾਈ ਕੇਕ ਐਂਡ ਈਟ ਇਟ ਟੂ। ਇਹ ਹੰਕਾਰੀ ਦੀ ਸੋਚ ਹੁੰਦੀ ਹੈ। ਜਦ ਕਿ ਮੇਰਾ ਮੈਂ ਹੀ ਝੂਠ ਹੈ, ਉਹੀ ਕੂੜ ਦੀ ਦੀਵਾਰ ਬਣਿਆ ਹੋਇਆ, ਮੇਰੀ ਸਾਰੀ ਪਰੇਸ਼ਾਨੀਆਂ ਹੀ ਉੱਥੋਂ ਹੈ। ਤਾਂ ਫਿਰ ਇਹ ਮੈਂ ਕਿਵੇਂ ਕਹਿ ਸਕਦਾ ਹਾਂ? ਠੱਗੇਗਾ ਕੌਣ ਉਸ ਨੂੰ? ਜੂਆ ਖੇਡਣ ਜਾਓ, ਜੂਏ ਘਰ ਦਾ ਜਿਹੜਾ ਮਾਲਕ ਹੈ ਉਸ ਨੂੰ ਕੌਣ ਠੱਗੇਗਾ? ਇਸ ਤਰ੍ਹਾਂ ਦੁਨੀਆ ਵਿੱਚ ਵਿਚਰਦੇ ਹੋਏ ਅਸੀਂ ਇਹ ਸੋਚ ਬਣਾ ਲੈਂਦੇ ਹਾਂ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਹੁਣ ਮਨ ਵਿੱਚ ਰਾਮ ਵਸ ਗਿਆ ਹੈ, ਮੇਰੀ ਆਪਣੀ ਸੋਚ ਤਾਂ ਰਹੀ ਨਹੀਂ ਗਈ। ਸਭ ਕੁਝ ਉਹਦੇ ਹੁਕਮ ਵਿੱਚ ਹੈ ਮੇਰੇ ਜੀਵਨ ਦਾ। ਇਹ ਕਿਵੇਂ ਵਰਤਦਾ ਹੈ ਹੁਕਮ? ਆਨੰਦ ਔਰ ਪ੍ਰੇਮ ਦੇ ਵਿੱਚ ਵਰਤਦਾ ਹੈ। ਉਹਦਾ ਹੁਕਮ ਆਨੰਦ ਹੈ, ਉਹਦਾ ਹੁਕਮ ਪ੍ਰੇਮ ਹੈ। ਉਸ ਦੇ ਹੁਕਮ ਦੇ ਵਿੱਚ ਜਿਹੜੇ ਮਨ ਦੇ ਵਿੱਚ ਮੇਰੀ ਅਵਸਥਾ ਚੱਲਦੀ ਹੈ ਆਨੰਦ ਦੀ, ਉਹ ਖਿੜੀ ਰਹਿੰਦੀ ਹੈ ਹਮੇਸ਼ਾ। ਹੁਣ ਮੈਨੂੰ ਹਨੇਰੇ ਤੋਂ ਡਰ ਨਹੀਂ ਲੱਗਦਾ ਹੈ, ਸਗੋਂ ਹਨੇਰਾ ਮੀਤ ਹੋ ਗਿਆ ਲੱਗਦਾ ਹੈ। ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਮਨ ਦੇ ਵਿੱਚ ਰਾਮ ਵਸ ਗਿਆ। ਜਿਸ ਦੇ ਮਨ ਵਿੱਚ ਰਾਮ ਵਸ ਗਿਆ, ਉਹਦਾ ਆਪਣਾ ਹੰਕਾਰ ਨਹੀਂ ਰਿਹਾ। ਉਹਨੂੰ ਕਿਵੇਂ ਠੱਗਾ ਗਿਆ ਸੀ? ਨਾ ਉਹ ਮਰੇਗਾ ਹੁਣ। ਮੌਤ ਤਾਂ ਉਹਦੀ ਹੈ ਜੋ ਹੰਕਾਰ ਹੈ। ਜਿਹੜਾ ਹੰਕਾਰ ਤੋਂ ਪਰੇ ਹੋ ਗਿਆ, ਉਹ ਮੌਤ ਨੂੰ ਕਿਵੇਂ? ਮੌਤ ਤਾਂ ਆਏਗੀ ਨਹੀਂ ਉਸ ਨੂੰ। ਜਦ ਮੈਂ ਹੀ ਨਹੀਂ ਰਿਹਾ, ਮੈਂ ਤੇ ਮਰ ਚੁੱਕਿਆ, ਸਿਰਫ ਨਿਰੰਕਾਰ ਰਹਿ ਗਿਆ, ਉਹ ਕਿਵੇਂ ਮਰੇਗਾ? ਮੇਰਾ ਹੰਕਾਰ ਤੇ ਗਿਰ ਗਿਆ ਹੈ। ਤੁਰੀ ਅਵਸਥਾ ਵਿੱਚ ਜਾਵਾਂਗੇ, ਅਗਰ ਕੋਈ ਜਾ ਸਕੇਗਾ, ਉੱਥੇ ਮੈਂ ਨਹੀਂ ਹੈ। ਮਹਾਰਾਜ ਕਹਿੰਦੇ ਨੇ, ਜਿਨ ਕੇ ਰਾਮ ਵਸੇ ਮਨ ਮਾਏ। ਬੇਅੰਤਤਾ ਦੀ ਗੱਲ ਕਈ ਵਾਰ ਸਾਹਿਬ ਬਾਰ-ਬਾਰ ਕਰਦੇ ਹਨ। ਇਹ ਉਹਨਾਂ ਦੇ ਔਰ ਸਾਡੇ ਦਰਸ਼ਨਾਂ ਦੇ ਵਿੱਚ ਭੇਦ ਹੈ। ਇਸ ਕਰਕੇ ਇਸ ਦੀ ਗਹਿਰਾਈ ਨੂੰ ਪਕੜ ਨਹੀਂ ਪਾਉਂਦੇ ਅਸੀਂ। ਇਹ ਜਿਹੜੀਆਂ ਸਾਡੀਆਂ ਅੱਖਾਂ ਨੇ ਜਾਂ ਜੋ ਸਾਡੀ ਮਾਨਸਿਕ ਅਵਸਥਾ ਹੈ, ਇਹਦੇ ਵਿੱਚ ਉਤਨਾ ਪ੍ਰਤੀਬਿੰਬ ਨਹੀਂ ਪੈ ਰਿਹਾ ਇਸ ਗੱਲ ਦਾ। ਪਰ ਇਸ ਖੰਡ ਵਿੱਚ ਸਾਹਿਬ ਸਮਝਾਉਂਦੇ ਹਨ, ਇੱਥੇ ਭਗਤ ਵਸਦੇ ਹਨ। ਕਈ ਲੋਕਾਂ ਦੇ ਵਿੱਚ, ਅਸੀਂ ਤਾਂ ਇਹ ਦੁਨੀਆ ਜਾਣਦੇ ਹਾਂ, ਪਾਤਾਲ ਲੋਕ ਜਾਣਦੇ ਹਾਂ, ਆਕਾਸ਼ ਜਾਣਦੇ ਹਾਂ, ਪਰ ਉਹ ਸਾਹਿਬ ਸਮਝਾਉਂਦੇ ਹਨ ਕਿ
ਭਗਤ ਜਿਹੜੇ ਨੇ ਉਹਦੇ ਕਈ ਲੋਕਾਂ 'ਚ ਵਸਦੇ ਹਨ, ਇੱਕ ਜਗ੍ਹਾ ਨਹੀਂ ਹੈ। ਜਿੱਥੇ ਭਗਤ ਵਸੇ ਕਿ ਕਿਤਨੇ ਹੀ ਲੋਕਾਂ ਵਿੱਚ। ਸੱਚਾ ਜਦੋਂ ਮਿਲ ਗਿਆ ਤਾਂ ਮਨ ਆਨੰਦ ਹੋ ਗਿਆ। ਕਰਹਿ ਆਨੰਦ ਸੱਚਾ ਮਨ ਸੋਏ। ਮਨ ਨੇ ਹੁਣ ਉਸ ਦੇ ਆਨੰਦ ਦੇ ਦਰਸ਼ਨ, ਉਸ ਦੇ ਆਨੰਦ ਦੇ ਵਿੱਚ ਸੁਰਤ ਇਕਾਗਰ ਹੋ ਗਈ ਹੈ। ਹੁਣ ਇਹ ਸੱਚ ਹੈ ਦੁਨੀਆ ਦਾ, ਬਾਕੀ ਸਭ ਝੂਠ ਹੈ। ਜਿਸ ਸੁੱਖ ਨੂੰ ਅਸੀਂ ਸੁੱਖ ਜਾਣਦੇ ਹਾਂ ਉਹ ਤਾਂ ਸਮਝਾ ਰਹੇ ਸਨ ਸਾਨੂੰ, ਧਰਮਸਾਲ ਹੈ ਭਾਈ, ਕੁਝ ਸਮੇਂ ਵਾਸਤੇ ਆਇਓ। ਕਿਸ ਵਾਸਤੇ ਆਏ ਹਾਂ? ਕਰੇ ਆਨੰਦ ਸੱਚਾ ਮਨ ਸੋਏ। ਇਹ ਮਨ ਜਿਹੜਾ ਹੈ ਆਨੰਦ ਦੇ ਸੱਚ ਵਿੱਚ ਆ ਗਿਆ। ਹੁਣ ਆਨੰਦ ਹੀ ਸੱਚ ਹੈ ਜਿਹੜਾ ਨਿਰੰਕਾਰ ਸਾਨੂੰ ਕਰਮ ਨਾਲ ਬਖਸ਼ਦਾ ਹੈ। ਜੋ ਸਾਡੇ ਮਨ ਦੇ ਅੰਦਰ ਵੈਸੇ ਹੀ ਹੈ, ਉਹਦਾ ਦਰਵਾਜ਼ਾ ਉਹ ਖੋਲ੍ਹਦਾ ਹੈ ਆਪਣੇ ਕਰਮ ਖੰਡ ਦੇ ਵਿੱਚ। ਉਹਦੇ ਕਰਮ ਦੀ ਨਿਸ਼ਾਨੀ ਹੈ ਮੇਰੇ ਮਨ ਵਿੱਚ ਆਨੰਦ ਖੁੱਲ੍ਹ ਗਿਆ। ਦੁੱਖ ਦਾ ਆਪੋਜ਼ਿਟ ਹੈ ਸੁੱਖ, ਆਨੰਦ ਦਾ ਕੋਈ ਆਪੋਜ਼ਿਟ ਨਹੀਂ ਹੈ। ਇਹ ਆਨੰਦ ਐਬਸੋਲੂਟ ਹੈ, ਬਿਨਾਂ ਕਾਰਡ ਹੈ। ਇੱਕ ਗੱਲ। ਦੂਜੀ ਗੱਲ, ਇਹ ਜਦੋਂ ਮਿਲ ਗਿਆ ਵਾਪਸ ਨਹੀਂ ਕੋਈ ਲੈ ਸਕਦਾ। ਇਹੀ ਐਸੇ ਕਰਕੇ ਆਨੰਦ ਹੈ। ਜਿਹੜੀ ਵਸਤੂ ਮੇਰੇ ਤੋਂ ਵਾਪਸ ਲੈ ਸਕੇ ਕੋਈ, ਉਹ ਵਸਤੂ ਰੱਖਣ ਜੋਗੀ ਨਹੀਂ ਹੈ, ਕਿਉਂਕਿ ਉਹ ਤਾਂ ਸਮੇਂ ਦੇ ਅੰਦਰ ਹੈ। ਤਾਂ ਉਹਦੇ ਵਿੱਚ ਜ਼ੋਰ ਕੁਛ ਨਹੀਂ ਹੈ ਮੇਰਾ। ਜ਼ੋਰ ਦਾ ਅਰਥ ਇਹ ਵੀ ਇੱਕ ਬਣਦਾ ਹੈ ਕਿ ਜੋ ਮੈਨੂੰ ਵਸਤੂ ਮਿਲੇ ਉਹ ਮੇਰੇ ਤੋਂ ਕੋਈ ਲੈ ਨਾ ਸਕੇ। ਇਹ ਪਾਵਰ ਹੈ, ਅਸਲ ਸ਼ਕਤੀ ਇਹ ਹੈ। ਉਸ ਨੂੰ ਉਹੋ ਜਿਹੀ ਅਵਸਥਾ ਮਿਲ ਗਈ ਜਿਹਦੇ ਲਈ ਉਸ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਹੁਣ ਇਹ ਜਿਹੜਾ ਆਨੰਦ ਹੈ, ਅਗਰ ਕਿਸੇ ਨੂੰ ਮਿਲ ਜਾਏ ਔਰ ਉਹ ਵਾਪਸ ਨਾ ਲਿਆ ਜਾ ਸਕੇ, ਇਹ ਜ਼ੋਰ ਆ ਗਿਆ ਹੈ ਮਨ ਵਿੱਚ। ਹੁਣ ਅਸੀਂ ਸਭ ਲੋਕ ਆਪਣੇ ਆਪਣੇ ਤਰੀਕੇ ਨਾਲ ਜੀਂਦੇ ਹਾਂ, ਪਰ ਜੋ ਸੁੱਖ ਹੈ ਉਹ ਦੁੱਖ ਵਿੱਚ ਬਦਲੀ ਹੋ ਜਾਏਗਾ, ਜੋ ਦੁੱਖ ਹੈ ਉਹ ਸੁੱਖ ਵਿੱਚ ਬਦਲੀ ਹੋ ਜਾਏਗਾ। ਇਹ ਸਾਡਾ ਜ਼ੋਰ ਨਹੀਂ ਹੈ, ਇੱਥੇ ਕੋਈ ਜ਼ੋਰ ਨਹੀਂ ਹੈ। ਇਸ ਕਰਮ ਖੰਡ ਵਿੱਚ ਜ਼ੋਰ ਦੇ ਦਰਸ਼ਨ ਹੋ ਰਹੇ ਹਨ। ਕਿਸ ਤਰ੍ਹਾਂ ਹੋ ਰਹੇ ਹਨ ਕਿ ਜੋ ਇਹਦੀ ਦਾਤ ਹੈ ਉਹ ਸਦਾ ਲਈ ਹੈ, ਉਹਦਾ ਜ਼ੋਰ ਹੈ, ਉਹਦੇ ਉੱਪਰ ਕਿਸੇ ਦਾ ਜ਼ੋਰ ਨਹੀਂ ਹੈ। ਤਾਂ ਆਨੰਦ ਉਹਦੇ ਹੁਕਮ ਦਾ ਹਿੱਸਾ ਹੈ, ਉਹਦੇ ਜ਼ੋਰ ਦਾ ਹਿੱਸਾ ਹੈ। ਇਹ ਆਨੰਦ ਕਿਉਂ ਜ਼ੋਰ ਦਾ ਹਿੱਸਾ ਹੈ? ਕਿਸੇ ਦਾ ਜ਼ੋਰ ਇਸ 'ਤੇ ਨਹੀਂ ਚੱਲਦਾ। ਕੋਈ ਇਸ ਨੂੰ ਵਿਘਨ ਨਹੀਂ ਬਣਾ ਸਕਦਾ, ਕੋਈ ਇਸ ਨੂੰ ਹਟਾ ਨਹੀਂ ਸਕਦਾ, ਕੋਈ ਇਸ ਨੂੰ ਲੈ ਨਹੀਂ ਸਕਦਾ। ਜ਼ੋਰ ਤਾਂ ਇਸ ਆਨੰਦ ਦੇ ਵਿੱਚ ਹੈ, ਇਸ ਕਰਮ ਖੰਡ ਦੇ ਵਿੱਚ ਹੈ। ਜਿਸ ਵਸਤੂ ਵਿੱਚ ਮੈਨੂੰ ਕੱਲ੍ਹ ਕੁਛ ਲਿਜਾ ਸਕੇ ਕੋਈ, ਉਹ ਮੇਰਾ ਜ਼ੋਰ ਉੱਥੇ ਕੀ ਹੈ ਫਿਰ? ਕੋਈ ਆਪ ਨੂੰ ਕਹੇ ਤੁਸੀਂ ਇਹ ਪੈਸੇ ਰੱਖੋ, ਇਹਨੂੰ ਵਰਤਨੇ ਨਹੀਂ, ਇਹ ਕੁਝ ਸਮੇਂ ਬਾਅਦ ਮੈਂ ਲੈ ਜਾਵਾਂਗਾ ਵਾਪਸ, ਤਾਂ ਉਹ ਪੈਸਾ ਫਿਰ ਮੇਰਾ ਕਾਹਦਾ ਹੈ? ਕੰਮ ਦਾ ਹੈ। ਉਸ ਤੋਂ ਮੈਨੂੰ ਕੀ ਸੁੱਖ ਮਿਲੇਗਾ? ਸਗੋਂ ਦੁੱਖ ਮਿਲੇਗਾ, ਉਹਨੂੰ ਸੰਭਾਲਣਾ ਪਏਗਾ। ਉਸ ਵੈਲਥ 'ਤੇ, ਉਸ ਸਿੱਕੇ 'ਤੇ ਜ਼ੋਰ ਕਾਹਦਾ ਹੈ ਮੇਰਾ, ਜਿਹੜਾ ਮੇਰੇ ਸਰੀਰ ਨਾਲ ਖਤਮ ਹੋ ਜਾਣਾ? ਉਸ ਰਾਜ 'ਤੇ ਕਿਹੜਾ ਜ਼ੋਰ ਹੈ ਜਿਸ ਰਾਜ ਵਿੱਚ ਮੈਨੂੰ ਪਤਾ ਹੀ ਨਹੀਂ ਮੈਂ ਕਦੋਂ ਇਹਨੂੰ ਤਿਆਗਣਾ ਪਏ? ਕੋਈ ਜ਼ੋਰ ਨਹੀਂ ਹੈ। ਉਸ ਜ਼ੋਰ 'ਤੇ ਮੇਰਾ ਰਿਸ਼ਤਿਆਂ ਵਿੱਚ ਕਿਹੜਾ ਜ਼ੋਰ ਹੈ? ਜਿਤਨਾ ਦੇਰ ਸਰੀਰ ਹੈ ਉਤਨੇ ਦਿਨ ਰਿਸ਼ਤੇ ਨੇ। ਤਾਂ ਸਰੀਰ ਕਦੋਂ ਹੈ? ਪਾਣੀ ਕਿਹੜਾ ਬੁੱਧਬੂੜਾ। ਤਾਂ ਫਿਰ ਕਾਹਦਾ ਜ਼ੋਰ ਹੈ? ਇੱਕ ਬੜੀ ਅਨਸਰਟਨ ਜੀ ਦੁਨੀਆ ਹੈ ਜਿੱਥੇ ਅਸੀਂ ਰਹਿੰਦੇ ਹਾਂ। ਇਹ ਬੁਲਬੁਲਾ ਕਦੋਂ ਫੁੱਟ ਜਾਏ ਇਹਦਾ ਹੀ ਪਤਾ ਨਹੀਂ। ਤੇ ਸਾਰਾ ਜੀਵਨ ਹੀ ਇਸ 'ਤੇ ਆਧਾਰਿਤ ਹੈ। ਸਭ ਕੁਛ ਜੋ ਮੈਂ ਜਾਣਦਾ ਵਾਂ, ਜੋ ਮੈਂ ਕਮਾਉਂਦਾ ਵਾਂ, ਜੋ ਮੇਰੇ ਰਿਸ਼ਤੇ ਨੇ, ਸਭ ਇਹਦੇ ਨਾਲ ਜੁੜੇ ਹੋਏ ਹਨ। ਮੇਰਾ ਇਸ ਜੀਵਨ 'ਤੇ ਹੀ ਕੋਈ ਜ਼ੋਰ ਨਹੀਂ ਹੈ ਤਾਂ ਹੋਰ ਕਿਸ ਵਸਤੂ 'ਤੇ ਜ਼ੋਰ ਹੋਏਗਾ? ਅਸਲ ਜ਼ੋਰ ਜੀਵਨ ਵਿੱਚ ਉਹੀ ਹੈ ਮਹਾਰਾਜ, ਜੋ ਕਦੇ ਮੇਰੇ ਤੋਂ ਲਿਆ ਨਾ ਜਾ ਸਕੇ।
ਅਸਲ ਜੀਵਨ ਹੀ ਉਹੀ ਹੈ, ਬਾਕੀ ਤੇ ਨਾਟਕ ਚੱਲਦਾ ਹੈ। ਮਹਾਰਾਜ ਬਾਰ-ਬਾਰ ਸੁਪਨੇ ਨਾਲ ਇਹਨੂੰ ਰਿਲੇਟ ਕਰਦੇ ਹਨ। ਜੱਗ ਖੁੱਲ ਗਈ, ਜੀਵਨ ਖਤਮ, ਸੁਪਨੇ ਵਰਗਾ। ਤਾਂ ਸਾਹਿਬ ਸਾਨੂੰ ਇਸ ਕਰਮਖੰਡ ਦੇ ਦਰਸ਼ਨ ਕਰਾ ਰਹੇ ਹਨ, ਜਿੱਥੇ ਆਨੰਦ ਦੇ ਦਰਸ਼ਨ ਨੇ, ਜਿੱਥੇ ਜ਼ੋਰ ਦੇ ਦਰਸ਼ਨ ਨੇ, ਜਿੱਥੇ ਮਹਾਬਲੀ ਸੂਰਮੇ ਰਹਿੰਦੇ ਹਨ। ਇਹਦੇ ਵਿੱਚ 3 ਤਰ੍ਹਾਂ ਦੇ ਦਰਸ਼ਨ ਹੁੰਦੇ ਹਨ, ਜਿੱਥੇ ਜੋਧ, ਮਹਾਬਲ, ਸੂਰ। ਤਾਂ ਇਹਨਾਂ ਦੇ 3 ਦਰਅਸਲ ਸ਼ਾਸਤਰਾਂ ਵਿੱਚ ਇਹਦੇ 3 ਅਲੱਗ-ਅਲੱਗ ਪੋਟੈਂਸੀਜ਼ ਹਨ। ਯੋਧਾ ਥੋੜਾ ਪਾਵਰਫੁਲ ਹੈ, ਮਹਾਬਲੀ ਉਸ ਤੋਂ ਹੋਰ ਪਾਵਰਫੁਲ ਹੈ, ਸੂਰਮਾ ਉਸ ਤੋਂ ਹੋਰ ਪਾਵਰਫੁਲ ਹੈ। ਕਿਵੇਂ ਕਿ ਇਹ ਮਨ ਦੇ ਨਾਲ ਉਲਝਦੇ ਹਨ, ਮਨ ਨੂੰ ਜਿੱਤਦੇ ਹਨ। ਇਸ ਕਰਕੇ ਜੋ ਇਸ ਖੰਡ ਵਿੱਚ ਦਰਸ਼ਨ ਜਿਨ੍ਹਾਂ ਦੇ ਹੁੰਦੇ ਹਨ, ਉਹ ਸੂਰਮੇ ਹਨ ਅਸਲੀ। ਉਹ ਬੇਅੰਤ ਵਿਘਨ ਜਿਹੜੇ ਮਨ ਦੇ ਵਿੱਚ ਹਾਜ਼ਰ ਹਨ, ਉਹਨਾਂ ਨਾਲ ਲੜ ਕੇ, ਉਹਨਾਂ ਨੂੰ ਜਿੱਤ ਕੇ ਇਸ ਖੰਡ ਵਿੱਚ ਪਹੁੰਚਦੇ ਹਨ। ਮਨ ਨੂੰ ਤਿਆਗਣਾ, ਮਨ ਨੂੰ ਜਿੱਤਣਾ ਹੀ ਜਿੱਤ ਹੈ ਦੁਨੀਆ ਦੀ, ਹੋਰ ਕੋਈ ਜਿੱਤ ਹੈ ਹੀ ਨਹੀਂ। ਬਾਕੀ ਤਾਂ ਸਭ ਸਮੇਂ ਦੀ ਖੇਡ ਹੈ। ਤੋਰਾ ਅਗਰ ਨਜ਼ਰ ਲਸ਼ਕਰ ਵਜ਼ਰ ਕਿ ਮਾਰਾ ਨਿਗਾਸ ਯਜ਼ਦਾ ਸ਼ੁਕਰ ਕਿ ओरा गुरु रस बर मुल्क ओ माल वो मारा निगास यज़दा अकाल वो मारा पना अस्त यज़दा अकाल बीबी गर्दिशे बेवफाए ज़मा के बरहर बगुज़र मकीनो मका। देख पाई ज़माना बेवफा है, ਸਮੇਂ ਦੇ ਗੁਜ਼ਰਨ ਨਾਲ ਨਾ ਮਕਾਨ ਰਹਿੰਦਾ ਹੈ, ਨਾ ਮਕਾਨ ਦੇ ਵਿੱਚ ਰਹਿਣ ਵਾਲਾ ਰਹਿੰਦਾ ਹੈ। ਕਿਹਦਾ ਜ਼ੋਰ ਹੈ ਇੱਥੇ? ਜ਼ੋਰ ਸਿਰਫ ਬ੍ਰਹਮ ਗਿਆਨੀ ਕੋਲ ਹੈ, ਜਿਸ ਨੂੰ ਨਿਰੰਕਾਰ ਦੇ ਦਰਸ਼ਨ ਹਨ, ਨਿਰੰਕਾਰ ਦੇ ਪ੍ਰਗਟਾਵੇ ਹਨ। ਮਨ ਵਿੱਚ ਹਉਮੈ ਔਰ ਹੰਕਾਰ ਨਹੀਂ ਹੈ। ਮਹਾਬਲੀ ਸੂਰਮੇ ਤਾਂ ਹੀ ਬਣਦੇ ਹਨ ਜਦੋਂ ਮਨ ਦੇ ਵਿੱਚ ਛਿਪੇ ਵਿਘਨਾਂ ਨੂੰ ਜਿੱਤ ਲੈਂਦੇ ਹਨ, ਸੱਤ ਨੂੰ ਜਾਣ ਲੈਂਦੇ ਹਨ। ਯੋਧੇ, ਮਹਾਬਲੀ ਤੇ ਸੂਰਮੇ ਇਹ ਕਿਵੇਂ ਬਣਦੇ ਹਨ? ਇਹਦੇ ਵਾਸਤੇ ਕੋਈ ਸਪੈਸ਼ਲ ਟ੍ਰੇਨਿੰਗ ਦੀ ਲੋੜ ਹੋਣੀ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਨਿਰਗੁਣੀਆਂ ਨੂੰ ਉਹੀ ਗੁਣ ਦਿੰਦਾ ਹੈ। ਉਹਦੇ ਸ਼ਬਦ ਦੇ ਅਭਿਆਸ ਨਾਲ ਇਹ ਗੁਣ ਆਉਂਦੇ ਹਨ। ਨਾਮ ਦੇ ਅਭਿਆਸ ਨਾਲ ਮਹਾਬਲੀ ਸੂਰਮੇ ਬਣਦੇ ਹਨ। ਸ਼ਬਦ ਨਾਲ ਮਰਦਾ ਹੈ ਉਹ ਮਨ ਜਿਹੜਾ ਝੂਠਾ ਹੈ। ਮਹਾਰਾਜ ਨੇ ਸਾਨੂੰ ਕਰਮਖੰਡ ਦੇ ਵਿੱਚ ਲਿਆਏ ਹਨ। ਸੀਮਲੈਸ ਜੀ ਦੁਨੀਆ ਦਿਖਾ ਰਹੇ ਹਨ। ਤੇ ਇੱਥੇ ਸੀਤੋ ਸੀਤਾ ਮਹਿਮਾ ਮਾਏ, ਉਸ ਦੀ ਮਹਿਮਾ ਵਿੱਚ ਸਭ ਕੁਝ ਪਿਰੋਇਆ ਗਿਆ ਹੈ, ਸਭ ਕੁਝ ਜੁੜਿਆ ਹੋਇਆ ਹੈ। ਉਹਦੇ ਦਰਸ਼ਨ ਹੋ ਰਹੇ ਹਨ। ਸੱਚਖੰਡ ਵਸੇ ਨਿਰੰਕਾਰ। ਕਰਮ ਖੰਡ ਤੋਂ ਨਿਕਲੇ ਹਨ, ਪਹੁੰਚ ਗਏ ਹਨ। ਉਹਦਾ ਕਰਮ ਹੋ ਗਿਆ, ਸੱਚਖੰਡ ਪਹੁੰਚ ਗਏ। ਸੱਚਖੰਡ ਹੈ, ਨਿਰੰਕਾਰ ਵਸਦਾ ਹੈ। ਕੋਈ ਦੂਰ ਜਗ੍ਹਾ ਦੇ ਵਿੱਚ ਹੈ, ਆਕਾਸ਼ ਦੇ ਵਿੱਚ ਉੱਪਰ ਹੈ, ਪਤਾਲ ਵਿੱਚ ਥੱਲੇ ਹੈ, ਮੇਰੇ ਮਨ ਦੇ ਵਿੱਚ ਹੈ। ਸਭ ਦੁਨੀਆ ਦਾ ਸੱਤ ਮਨ ਵਿੱਚ ਛਿਪਿਆ ਹੈ। ਤੁਹਾਡੇ ਮਨ ਵਿੱਚ, ਮੇਰੇ ਮਨ ਵਿੱਚ, ਸਾਡੇ ਸਾਰਿਆਂ ਦੇ ਮਨ ਵਿੱਚ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਜਦੋਂ ਉਹਦੀ ਨਜ਼ਰ ਹੋ ਜਾਂਦੀ ਹੈ, ਨਿਹਾਲ ਕਰ ਦਿੰਦਾ ਹੈ। ਫਿਰ ਉਹ ਕੋਈ ਵੀ ਰੋਗ ਨਹੀਂ ਛੋੜਦਾ ਮਨ ਵਿੱਚ। ਸਰੀਰਕ ਰੋਗਾਂ ਦੀ ਗੱਲ ਨਹੀਂ ਕਰ ਰਹੇ, ਮਾਨਸਿਕ ਰੋਗ ਨਹੀਂ ਰਹਿੰਦਾ। ਫਿਰ ਉਹਦੀ ਦੁਨੀਆ
ਸੱਚਖੰਡ ਦੀ ਆ ਗਈ ਹੈ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਉਹਦੀ ਨਜ਼ਰ ਵਿੱਚ ਨਿਹਾਲ ਹੋ ਜਾਂਦਾ, ਬੇਕਾਬੂ ਜਿਹਾ ਹੋ ਜਾਂਦਾ ਹੈ। ਕਿਉਂਕਿ ਇੱਕ ਸੀਮਤ ਜੇ ਮਨ ਵਿੱਚ ਅਸੀਮ ਸ਼ਕਤੀ ਹਾਜ਼ਰ ਹੋ ਗਈ ਹੈ, ਅਸੀਮ ਪ੍ਰੇਮ, ਅਸੀਮ ਆਨੰਦ। ਤਿੱਥੇ ਖੰਡ ਮੰਡਲ ਵਰਪੰਡ, ਇਸ ਤਰ੍ਹਾਂ ਦੀ ਬੇਅੰਤਤਾ ਮਨ ਵਿੱਚ ਵੀ ਹੁਣ ਦਿਖੇਗੀ, ਬਾਹਰ ਵੀ ਦਿਖੇਗੀ। ਅਨੇਕਾਂ ਹੀ ਖੰਡ ਨੇ, ਅਨੇਕਾਂ ਹੀ ਮੰਡਲ ਨੇ। ਇਹ ਵੀ ਦੇਖਣਾ ਹੈ ਕਿ ਉਹਨੇ ਆਪਣੀ ਨਜ਼ਰ ਕਰਕੇ ਉਹ ਵੇਖਦਾ ਹੈ ਸਭ ਕੁਝ, ਕਰ ਕਰ ਵੇਖੇ। ਉਹ ਸਾਡਾ ਖਿਆਲ ਕਰਦਾ ਹੈ, ਸਾਡੇ ਨਿਗਾਹ ਰੱਖਦਾ ਹੈ। ਜਿਨ੍ਹਾਂ ਨੂੰ ਨਿਸ਼ਾਨ ਬਣਾ ਲਿਆ ਪਿਛਲੀ ਪੌੜੀ ਵਿੱਚ, ਨਜ਼ਰ ਦਾ ਨਿਸ਼ਾਨ, ਕਰ ਕਰ ਵੇਖੇ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰਪੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ। ਫਿਰ ਉਹੀ ਬੇਅੰਤਤਾ ਦੇ ਦਰਸ਼ਨ ਦੁਬਾਰਾ ਕਰਾ ਰਹੇ ਹਨ। ਜਿਵੇਂ ਕਿ ਉਹ ਇਸ ਨੂੰ ਜੀ ਰਹੇ ਹੋਣ, ਅਸੀਂ ਸਿਰਫ ਇਹਨੂੰ ਵਿਚਾਰਾਂ ਵਿੱਚ ਸਮਝ ਰਹੇ ਹਾਂ। ਜਦ ਕੋਈ ਜਨ ਇੱਕ ਐਕਸਪੀਰੀਅੰਸ ਨੂੰ ਜੀ ਰਿਹਾ ਹੁੰਦਾ ਹੈ, ਜੋ ਉਹਦੇ ਮਨ ਵਿੱਚ ਉਹ ਪ੍ਰਗਟਾਵਾ ਆਏਗਾ, ਉਹ ਆਸ-ਪਾਸ ਲੋਕਾਂ ਨੂੰ ਦੱਸਣ 'ਤੇ ਉਹ ਟਰਾਂਸਫਰ ਨਹੀਂ ਹੋ ਸਕਦਾ ਹੈ। ਸਾਹਿਬ ਉਸ ਸੱਤ ਨੂੰ ਜੀ ਰਹੇ ਹਨ। ਉਹਨਾਂ ਦੀ ਦ੍ਰਿਸ਼ਟੀ ਔਰ ਸਾਡੀ ਦ੍ਰਿਸ਼ਟੀ ਵਿੱਚ ਬਹੁਤ ਫਰਕ ਹੈ, ਪਰ ਉਹ ਬੇਅੰਤਤਾ ਉਹਨਾਂ ਨੂੰ ਛੂ ਰਹੀ ਹੈ, ਬਾਰ-ਬਾਰ ਛੂ ਰਹੀ ਹੈ। ਉਸ ਨੂੰ ਪ੍ਰਗਟ ਕਰਦੇ ਚੱਲਦੇ ਹਨ। ਕਹਿੰਦੇ ਜੇ ਕੋ ਕਹੇਗਾ ਤਾਂ ਉਹਦਾ ਅੰਤ ਨਹੀਂ ਹੈ ਕੋਈ ਵੀ। ਅਨੇਕਾਂ ਹੀ ਲੋਕ ਹਨ, ਅਨੇਕਾਂ ਹੀ ਦੁਨੀਆ ਹਨ, ਅਨੇਕਾਂ ਹੀ ਆਕਾਰ ਹਨ। ਇੱਕ ਓਂਕਾਰ ਤੋਂ ਅਨੇਕ ਆਕਾਰ ਬਣੇ ਹਨ, ਔਰ ਉਹ ਆਕਾਰ ਇੱਕ ਦੇ ਪ੍ਰਗਟਾਵੇ ਹਨ, ਪਰ ਅਨੇਕ ਹਨ, ਬੇਅੰਤ ਹਨ। ਸਾਹਿਬ ਇਹ ਸਮਝਾ ਰਹੇ ਹਨ। ਹੁਣ ਜਿਹੜਾ ਹੁਕਮ ਹੈ ਔਰ ਜੋ ਮੇਰਾ ਮਨ ਹੈ, ਇਹਦੇ ਵਿੱਚ ਹੁਣ ਕੋਈ ਦੋ ਨਹੀਂ ਰਹਿ ਗਏ ਹਨ। ਦੋਮ ਨਾ ਸੇਮ ਏਕ ਸੋ ਆਈ, ਜਿਵ ਜਿਵ ਹੁਕਮ ਤਿਵੇਂ ਤਿਵਕਾਰ। ਉਹਦਾ ਜੋ ਹੁਕਮ ਹੈ, ਉਸ ਦੀ ਜੋ ਬਣਾਵਟ ਹੈ, ਉਸ ਦੀ ਜੋ ਨਜ਼ਰ ਹੈ, ਉਸ ਦੀ ਜੋ ਕਿਰਪਾ ਹੈ, ਮੇਰੇ ਸੁਰਤ ਦਾ ਗਿਆਨ ਉਸ ਦੇ ਨਾਲ ਇੱਕਮਿਕ ਹੈ। ਮੈਂ ਨਹੀਂ ਹਾਂ ਇੱਥੇ, ਸਿਰਫ ਉਹੀ ਹੈ। ਮੈਂ ਨਹੀਂ ਕਿਛੋਂ ਨਹੀਂ, ਕਿਛ ਆਏ ਨਾ ਮੋਰਾ। ਤਾਂ ਇਹ ਜਿਹੜੀ ਹੁਕਮ ਹੈ, ਇਸੇ ਤਰ੍ਹਾਂ ਮੇਰਾ ਕਾਰ ਹੈ। ਫਿਰ ਮੇਰੀ ਵੀ ਕਰਮ, ਮੇਰਾ ਵੀ ਕਰਨੀ, ਮੇਰੀ ਵੀ ਸੋਚਣੀ, ਮੇਰਾ ਵੀ ਬਣਤ ਸਾਰੀ ਹੁਕਮ 'ਤੇ ਆਧਾਰਿਤ ਹੈ। ਹੁਣ ਉਹਦਾ ਹੁਕਮ ਔਰ ਮੇਰੀ ਕਰਨੀ 'ਚ ਕੋਈ ਫਰਕ ਨਹੀਂ ਹੈ। ਤਾਂ ਕਿਵੇਂ ਇਹ ਗੱਲ ਸਮਝੀਏ? ਦਰਅਸਲ ਦੁਐਤ ਦੇ ਵਿੱਚ ਦੋ ਨੇ। ਮੈਂ ਵੀ ਹਾਂ, ਨਿਰੰਕਾਰ ਨੂੰ ਮੈਂ ਪੂਜਦਾ ਵਾਂ, ਪਰ ਜਦ ਮੈਂ ਹੀ ਨਹੀਂ ਰਿਹਾ, ਸਿਰਫ ਨਿਰੰਕਾਰ ਰਹਿ ਗਿਆ, ਤਾਂ ਫਿਰ ਕਰਮ ਜੋ ਮੈਂ ਕਰਦਾ ਵਾਂ, ਜੋ ਮੇਰੀ ਬਣਤ ਮੇਰੇ ਕਰਮਾਂ ਦੀ ਹੈ, ਉਸ ਦੇ ਹੁਕਮ ਦੇ ਅਨੁਸਾਰ ਹੀ ਹੈ। ਮੇਰੇ ਮਨ ਵਿੱਚ ਵੀ ਕੋਈ ਫੁਰਨਾ ਆਇਆ ਤਾਂ ਉਹਦੇ ਹੁਕਮ ਵਿੱਚ ਹੀ ਹੈ। ਮਹਾਰਾਜ ਫਿਰ ਸਮਝਾਉਂਦੇ ਹਨ, ਜਿਵ ਜਿਵ ਹੁਕਮ ਤਿਵੇਂ ਤਿਵਕਾਰ। ਮੇਰੀ ਈਗੋ ਨਹੀਂ ਰਹੀ, ਸਿਰਫ ਉਹਦਾ ਨਾਮ ਰਿਹਾ। ਉਹਦਾ ਨਾਮ ਹੁਕਮ ਹੈ, ਆਨੰਦ ਹੁਕਮ ਹੈ, ਪ੍ਰੇਮ ਹੁਕਮ ਹੈ। ਉਹ ਵੀ ਮੇਰੇ ਮਨ 'ਤੇ ਜਿਸ ਤਰ੍ਹਾਂ ਅਕਸ ਪਾਉਂਦੇ ਹਨ, ਉਸ ਤਰ੍ਹਾਂ ਮੇਰੀ ਮਨ ਦੀ ਬਣਤ ਬਣਦੀ ਜਾਂਦੀ ਹੈ। ਇਹ ਸਭ ਕੁਝ ਕਰਦੇ ਹੋਏ ਸਾਹਿਬ ਸਮਝਾਉਂਦੇ ਹਨ ਕਿ ਉਹ ਵਿਗਾਸ ਵਿੱਚ ਹੈ। ਵੇਖੇ ਵਿਗਸੈ ਕਰ ਵਿਚਾਰ, ਸਾਰਿਆਂ 'ਤੇ ਨਿਗਾਹ ਰੱਖਦਾ ਹੈ। ਵੇਖੇ ਵਿਗਸੈ ਕਰ ਵਿਚਾਰ। ਗੱਲ ਕੀ ਹੈ ਕਿ ਅਸੀਂ ਇਹਨਾਂ ਖੰਡਾਂ ਦੇ ਦਰਸ਼ਨ ਵਿੱਚ ਇੰਨੇ ਜ਼ਿਆਦਾ ਭਿੱਜ ਨਹੀਂ ਰਹੇ ਹਾਂ, ਕਿਉਂਕਿ ਸਾਨੂੰ ਇਹ ਅਵਸਥਾ ਦਾ ਅੰਤਰ ਮਨ ਵਿੱਚ ਗਿਆਨ ਨਹੀਂ ਹੈ। ਸਾਨੂੰ ਸਿਰਫ ਸ਼ਬਦ ਦਿਖ ਰਹੇ ਹਨ, ਪਰ ਇਹਨਾਂ ਅੰਤਰ ਦੀ ਅਵਸਥਾ ਹੈਗੀਆਂ।
ਅਗਰ ਕਿਸੇ ਦਾ ਮਨ ਆਨੰਦ ਵਿੱਚ ਭਰ ਜਾਏ ਤਾਂ ਉਹ ਫਿਰ ਇਸ ਖੰਡ ਨੂੰ ਕਿਵੇਂ ਜਾਣੇਗਾ? ਬਹੁਤ ਫਰਕ ਰਹੇਗਾ। ਹੁਣ ਅਸੀਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਢਾਲਣਾ ਹੈ ਕਿ ਇਹਨਾਂ ਖੰਡਾਂ ਦੇ ਸਾਨੂੰ ਦਰਸ਼ਨ ਹੋਣ, ਧਰਮ ਨੂੰ ਅਸੀਂ ਜਾਣੀਏ ਕੀ ਹੈ। ਇਸ ਤਰ੍ਹਾਂ ਦੇ ਖੰਡ ਵਿੱਚ ਆ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਨਿਰੰਕਾਰ ਹੀ ਸਾਰੀ ਸ਼ਕਤੀ ਹੈ ਦੁਨੀਆ ਦੀ, ਔਰ ਆਨੰਦ ਹੀ ਅੰਤ ਹੈ। ਜਿਵੇਂ ਅਸੀਂ ਵੀ ਹਰ ਸਭਾ ਦੇ ਅਖੀਰ ਵਿੱਚ ਆਨੰਦ ਪੜ੍ਹਦੇ ਹਾਂ, ਭਾਵੇਂ ਉਹ ਸੁਖੀ ਸਭਾ ਹੋਏ ਭਾਵੇਂ ਦੁਖੀ ਸਭਾ ਹੋਏ, ਮਾਤਮ ਹੋਏ, ਵਿਆਹ ਹੋਏ, ਪਰੇਸ਼ਾਨੀ ਹੋਏ ਕਿ ਕੋਈ ਲਾਭ ਹੋਏ, ਸਭ ਅੰਤ ਆਨੰਦ ਹੀ ਹੈ। ਇਸ ਘਰ ਵਿੱਚ ਆਨੰਦ ਦੇ ਵਿੱਚ ਕਨਵਰਟ ਹੋ ਜਾਂਦਾ ਸਭ ਕੁਝ। ਤਾਂ ਜਿਵੇਂ ਇੱਕ ਤਰਫ ਜੀਵਨ ਦੇ ਵਿੱਚ ਮੌਤ ਸਾਰਾ ਕੁਝ ਬਰਾਬਰ ਕਰ ਦਿੰਦੀ ਹੈ, ਇਵੇਂ ਕਰਮ ਦਾ ਖੰਡ ਸਭ ਚੀਜ਼ ਦੀ ਪ੍ਰਾਪਤੀ ਕਰਾ ਦਿੰਦਾ ਹੈ। ਇਹ ਦੋ ਪੱਖ ਨੇ ਜੀਵਨ ਦੇ। ਜਿਸਨੇ ਕਮਾਈ ਨਹੀਂ ਕੀਤੀ ਉਹਨੇ ਮੌਤ ਵਿੱਚ ਸਭ ਕੁਝ ਗਵਾ ਲਿਆ, ਜਿਸਨੇ ਇਸ ਖੰਡ ਵਿੱਚ ਪੈਰ ਰੱਖ ਲਏ ਉਸਨੇ ਜੀਵਨ ਵਿੱਚ ਸਭ ਕੁਝ ਕਮਾ ਲਿਆ। ਭਗਤ ਤਾਂ ਅਸਲ ਵਿੱਚ ਉਹੀ ਹੈ ਜਿਸਨੇ ਆਨੰਦ ਨੂੰ ਜਾਣਿਆ। ਉਸ ਦੇ ਹੁਕਮ ਨੂੰ ਤਾਂ ਉਸੇ ਨੇ ਜਾਣਿਆ ਜਿਸਨੇ ਆਨੰਦ ਨੂੰ ਦੇਖਿਆ, ਆਨੰਦ ਨੂੰ ਕਮਾਇਆ। ਮਹਾਰਾਜ ਕਹਿੰਦੇ ਨੇ, ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ। ਸਭ ਨੂੰ ਵੇਖਦਾ ਹੈ, ਵਿਗਾਸ ਵਿੱਚ ਹੈ ਔਰ ਆਨੰਦ ਵਿੱਚ ਹੈ ਉਹ ਵੀ। ਜਿਸ ਆਨੰਦ ਵਿੱਚ ਅਸੀਂ ਹਾਂ, ਜਦੋਂ ਹਉਮੈ ਗਿਰ ਜਾਂਦੀ ਹੈ, ਜਿਸ ਆਨੰਦ ਵਿੱਚ ਅਸੀਂ ਪੈਰ ਰੱਖਦੇ ਹਾਂ, ਉਹ ਉਸੇ ਦਾ ਰੂਪ ਹੈ। ਹੁਣ ਉਹਦੀ ਨਜ਼ਰ ਔਰ ਉਹਦੇ ਦਰਸ਼ਨਾਂ ਵਿੱਚ ਕੋਈ ਭੇਦ ਨਹੀਂ ਹੈ। ਉਹਦੇ ਦਰਸ਼ਨ ਹੀ ਆਨੰਦ ਹਨ। ਜੋ ਮੈਂ ਮਹਿਸੂਸ ਕਰ ਰਿਹਾ ਹਾਂ ਆਨੰਦ, ਉਹਦੇ ਦਰਸ਼ਨ ਹਨ। ਦਰਸ਼ਨ ਸ਼ਬਦ ਵਿੱਚ ਵਿਚਾਰ ਨਹੀਂ ਹੈ, ਸੋਚ ਨਹੀਂ ਹੈ, ਦੇਖਣ ਦੀ ਗੱਲ ਹੈ, ਮਹਿਸੂਸ ਕਰਨ ਦੀ ਗੱਲ ਹੈ। ਨਾਨਕ ਕਥਨਾ ਕਰੜਾ ਸਾਰ। ਜਿਵੇਂ ਕੋਈ ਚਨੇ ਚਬਾ ਲੇ, ਲੋਹੇ ਦੇ ਚਨੇ ਚਬਾ ਲੇ ਕੋਈ, ਇਤਨਾ ਕਰੜਾ, ਇਤਨਾ ਮੁਸ਼ਕਿਲ ਹੈ ਇਸ ਅਵਸਥਾ ਦਾ ਬਿਆਨ ਕਰਨਾ। ਇਸ ਕਰਕੇ ਇੱਥੇ ਥੋੜ੍ਹੀ ਜਿਹੀ ਡਾਈਕੋਟਮੀ ਵੀ ਹੈ, ਕਿਉਂਕਿ ਸਾਨੂੰ ਵੀ ਸਮਝ ਉਨੀ ਹੀ ਆਏਗੀ। ਇਹ ਸਭ ਐਕਸਪੀਰੀਐਂਸ਼ੀਅਲ ਪੌੜੀਆਂ ਨੇ, ਐਕਸਪੀਰੀਐਂਸ ਕਰਨ ਦੀ ਪੌੜੀਆਂ ਨੇ। ਅਸੀਂ ਇਹਨੂੰ ਸ਼ਬਦਾਂ ਵਿੱਚ ਜਾਣਨਾ ਚਾਹੁੰਦੇ ਹਾਂ। ਬੜਾ ਫਰਕ ਹੈ। ਸ਼ਬਦਾਂ ਵਿੱਚ ਅਗਰ ਮੈਂ ਪੂਰੇ ਅਰਥ ਕੱਢ ਵੀ ਲਏ, ਫਿਰ ਵੀ ਮੈਂ ਅਵਸਥਾ ਨੂੰ ਨਹੀਂ ਜਾਣ ਪਾਵਾਂਗਾ। ਅਵਸਥਾ ਨੂੰ ਤਾਂ ਮੈਂ ਮਨ ਨਾਲ ਹੀ ਜਾਣ ਪਾਵਾਂਗਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਜਪਜੀ ਦੇ ਵਿੱਚ ਟੋਰਿਆ ਹੈ, ਅੱਜ ਖੰਡਾਂ ਦੇ ਸਾਰੇ ਦਰਸ਼ਨ ਕਰਾਏ ਹਨ। ਇੱਕ ਜੀਵਨ ਦੇ ਜੀਣ ਦਾ ਤਰੀਕਾ ਦੱਸਿਆ ਹੈ ਕਿ ਜੀਵਨ ਵਿੱਚ ਧਰਮਸਾਲ ਹੈ, ਇਸ ਨੂੰ ਕਮਾਉਣਾ ਹੈ, ਇੱਥੇ ਦੇ ਗਿਆਨ ਨੂੰ ਜਾਣਨਾ ਹੈ, ਸ਼ਰਮ ਕਰਨਾ ਹੈ। ਜਾਂ ਇਸ ਤਰ੍ਹਾਂ ਸਮਝੀਏ ਕਿ ਜਦੋਂ ਅਸੀਂ ਸੁਰਤ ਔਰ ਸ਼ਬਦ ਦੀ ਕੜਾਈ ਕਰਾਂਗੇ, ਜਿਹੜੀ ਸ਼ਰਮ ਖੰਡ ਵਿੱਚ ਸਾਨੂੰ ਦਰਸ਼ਨ ਹੋਏ ਹਨ, ਜਿੱਥੇ ਕਾੜਤ ਕੜੀਏ ਬਹੁਤ ਅਨੂਪ। ਇਹ ਕਿਹੜੀ ਸੁਰਤ ਹੈ ਜਿਹੜੀ ਸ਼ਬਦ ਹੈ? ਤਿੱਥੇ ਕੜੀਏ ਸੁਰਤ ਮਤ ਮਨ ਬੁੱਧ। ਇਹ ਉਹੀ ਸੁਰਤ ਜਿਹੜੀ ਸਾਹਿਬ ਨੂੰ ਸਿੱਧਾ ਨੇ ਪੁੱਛਿਆ ਹੈ ਕਿ ਕੌਣ ਤੁਹਾਡੇ ਗੁਰੂ ਕੌਣ ਹੈ? ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸਕਾ ਤੂੰ ਚੇਲਾ। ਪਵਨ ਅਰਮ ਸਤਿਗੁਰ ਮਤ ਵੇਲਾ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹ ਸਰਮਖੰਡ ਵਿੱਚ ਉਸੇ ਸ਼ਬਦ ਗੁਰੂ ਦੀ ਘੜਤ ਘੜੀ ਜਾ ਰਹੀ ਹੈ। ਜਦੋਂ ਸ਼ਬਦ ਮੈਨੂੰ ਇੰਟਰਨਲਾਈਜ਼ ਹੋ ਗਿਆ, ਜਾਪ ਸੋ ਅਜਪਾ ਜਪੇ, ਉਹ ਘੜੀ ਜਾਂਦਾ ਮੇਰੇ ਮਨ ਨੂੰ। ਘੜੀਏ ਸ਼ਬਦ ਸੱਚੀ ਟਕਸਾਲ, ਘੜੀਏ ਸੁਰਤ ਮਤ ਬਨ ਬੁੱਧ। ਜਦੋਂ ਘੜੇ ਗਏ ਫਿਰ ਨਜ਼ਰ ਲਈ ਤਿਆਰ ਹੋ ਗਏ। ਕਿਉਂਕਿ ਗੱਲ ਕੀ ਹੈ ਕਿ ਕਰਮ ਖੰਡ ਵਿੱਚ ਮੈਂ ਅੱਜ ਦੀ ਤਰੀਕ ਵਿੱਚ ਪੈਰ ਨਹੀਂ ਰੱਖ ਪਾਵਾਂਗਾ। ਮੇਰੀ ਸੁਰਤ ਸੂਖਮ ਨਹੀਂ ਹੈ। ਇਹਦੇ ਸੰਸਕਾਰਾਂ ਦੇ ਜਿਤਨੇ
ਇਹਦੇ ਆਲੇ ਦੁਆਲੇ ਸੁਰਤ ਦੇ ਜਿਤਨੇ ਸੰਸਕਾਰ ਦੇ ਚਿਪੜੇ ਹੋਏ ਲੰਬੜੇ ਹੋਏ ਪੁਰਾਣੇ ਕਰਮਾਂ ਦੇ ਜਿਹੜੀ ਕਮਾਈਆਂ ਦੇ ਅਕਸ ਨੇ ਉਹ ਪਏ ਹੋਏ ਹਨ। ਉਹ ਹੁਣ ਕਰਮ ਖੰਡ ਵਿੱਚ ਨਹੀਂ ਜਾ ਪਾਉਣਗੇ। ਕਰਮ ਖੰਡ ਆਪ ਇਸ ਤਰ੍ਹਾਂ ਜਾਣੀਏ ਕਿ ਇੱਕ ਤਰ੍ਹਾਂ ਦਾ ਉਹ ਖੰਡ ਹੈ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਹੀ ਹਾਜ਼ਰ ਹੈ। ਉਹਦੀ ਨਜ਼ਰ ਹਰ ਜਗ੍ਹਾ ਹੋ ਰਹੀ ਹੈ, ਪਰ ਉਸੇ ਨੂੰ ਹੋ ਸਕੇਗੀ ਜਿਸ ਨੇ ਆਪਣੀ ਸੁਰਤ ਨੂੰ ਤਿਆਰ ਕਰ ਲਿਆ। ਤਾਂ ਮੇਰਾ ਅਗਰ ਇਹਨਾਂ ਖੰਡਾਂ 'ਚੋਂ ਕੁਝ ਸਮਝਣਾ ਹੈ, ਉਹ ਸ਼ਬਦ ਔਰ ਸੁਰਤ ਦੇ ਅਭੇਦ ਹੋਣ ਦੀ ਗੱਲ ਹੈ ਕਿ ਮੈਂ ਮਨ ਨੂੰ ਇਤਨਾ ਸਾਧ ਲਵਾਂ ਕਿ ਮਨ ਆਨੰਦ ਦੇ ਕਾਬੂ ਹੋ ਜਾਏ, ਆਨੰਦ ਦੇ ਲਾਇਕ ਹੋ ਜਾਏ। ਇਹਦੇ ਦੋ ਤਰੀਕੇ ਨੇ। ਇੱਕ ਤਰੀਕਾ ਤਾਂ ਇਹ ਹੈ ਕਿ ਮੈਂ ਸੰਗਤ ਕਰਾਂ, ਸ਼ਬਦ ਦੀ ਸੰਗਤ ਕਰੀਏ, ਅਭਿਆਸੀ ਲੋਕਾਂ ਦੀ ਸੰਗਤ ਕਰੀਏ, ਤਾਂ ਕਿ ਵਿਚਾਰ ਮੇਰੇ ਜਿਹੜੀ ਵੇਨ ਥਿੰਕਿੰਗ ਚੱਲਦੀ ਹੈ ਮਨ ਦੇ ਵਿੱਚ, ਉਹਦੇ ਨੇਚਰ ਬਦਲੀ ਹੋ ਜਾਏ, ਸ਼ਬਦ ਚੱਲੇ। 37 ਪੌੜੀਆਂ ਵਿੱਚ ਸਾਹਿਬ ਨੇ ਦੁਨੀਆ ਨੂੰ, ਅਧਿਆਤਮ ਦੇ ਮਾਰਗ ਨੂੰ ਪੂਰੀ ਤਰ੍ਹਾਂ ਸਾਨੂੰ ਸਮਝਾਇਆ ਹੈ। ਔਰ ਜਿੰਨੀ ਵਾਰੀ ਇਹਨੂੰ ਅਸੀਂ ਵਿਚਾਰਾਂਗੇ ਉਤਨੀ ਵਾਰੀ ਨਵੇਂ ਵਿਚਾਰ ਉੱਠਣਗੇ। ਜਿਹੜੇ ਕੱਲ੍ਹ ਪੌੜੀ ਦੇ ਦਰਸ਼ਨ ਕਰਾਉਣਗੇ, ਉਹ ਜਿਵੇਂ ਕੋਈ ਜਾਂਦੇ ਜਾਂਦੇ ਆਪਣੇ ਟੀਚਰ ਆਪਣੇ ਸਟੂਡੈਂਟਸ ਨੂੰ ਦੱਸਦਾ ਹੈ ਕਿ ਇਸ ਤਰ੍ਹਾਂ ਜੀਣਾ ਹੈ, ਇਹ ਸਭ ਕੁਝ ਸਮਝਣ ਤੋਂ ਬਾਅਦ ਇਹ ਕਰਨਾ ਹੈ। ਗੁਰੂ ਨਾਨਕ ਸਾਹਿਬ ਦੇ ਧਰਮ ਦੀ ਕਮਾਈ ਮਨ ਦੇ ਵਿੱਚ ਹੈ, ਮਨ ਦੀ ਬਣਤ ਵਿੱਚ, ਮਨ ਦੀ ਅਵਸਥਾ ਵਿੱਚ, ਮਨ ਦੇ ਵਿਚਾਰਾਂ ਵਿੱਚ। ਜਿਤਨਾ ਮਨ ਸੂਖਮ ਹੋ ਗਿਆ ਉਤਨਾ ਅਸੀਂ ਕਰਮਖੰਡ ਦੇ ਨੇੜੇ ਪਹੁੰਚ ਗਏ। ਕਰਮਖੰਡ ਤੋਂ ਬਾਅਦ ਹੀ ਸੱਚਖੰਡ ਮਿਲੇਗਾ। ਮੇਰੇ ਆਪਣੇ ਕਰਨ ਨਾਲ ਸੱਚਖੰਡ ਨਹੀਂ ਪਹੁੰਚ ਪਾਵਾਂਗਾ, ਉਹਦੀ ਨਜ਼ਰ ਨਾਲ। ਮਨ ਦੀ ਮੈਂ ਤਿਆਰੀ ਸਰਮਖੰਡ ਵਿੱਚ ਕਰ ਲਈ ਜਦੋਂ, ਫਿਰ ਉਹ ਆਪਣੇ ਆਪ ਕਰਮ ਕਰੇਗਾ। ਕਰਮ ਉਹਦਾ ਹੋ ਹੀ ਰਿਹਾ ਹੈ। ਇਹ ਜਿਸ ਤਰ੍ਹਾਂ ਮੇਰੇ ਮਨ ਦੇ ਵਿੱਚ ਇਹ ਅਵਸਥਾਵਾਂ ਦੀ ਗੱਲ ਸਾਹਿਬ ਨੇ ਕੀਤੀ ਹੈ, ਇਸ ਤਰ੍ਹਾਂ ਇਹ ਸਭ ਕੁਝ ਵਰਤ ਰਿਹਾ ਦੁਨੀਆ ਵਿੱਚ। ਕਿਸੇ ਦੇ ਵਿੱਚ ਧਰਮ ਦੇ ਵਿਚਾਰ ਉੱਠ ਰਹੇ ਹਨ, ਉਹ ਕਹਿ ਰਿਹਾ ਕਿ ਮੈਂ ਜੀਵਨ 'ਚ ਕੀ ਕਮਾਇਆ। ਉਹ ਧਰਮਖੰਡ ਵਿੱਚ ਜਾਣ ਰਿਹਾ, ਧਰਮ ਦੇ ਵਿਚਾਰਾਂ ਨੂੰ ਜਾਣ ਰਿਹਾ। ਕਿਸੇ ਨੇ ਗਿਆਨ ਸਮਝ ਲਿਆ ਕੀ ਹੈ, ਬੇਅੰਤਤਾ ਦੀ ਸਮਝ ਲਈ, ਉਹਦੀ ਅਪਾਰ ਕਿਰਪਾ ਸਮਝ ਲਈ ਉਹਦੀ, ਉਹ ਗਿਆਨ ਦੇ ਖੰਡ ਵਿੱਚ ਪਹੁੰਚ ਗਿਆ ਹੈ। ਜਦੋਂ ਸ਼ਰਮ ਕਰੀ, ਸ਼ਬਦ ਘੜਿਆ ਗਿਆ ਸੁਰਤ ਨਾਲ, ਤਾਂ ਇਹ ਗਿਆਨ ਸਭ ਤੋਂ ਜ਼ਿਆਦਾ ਇੱਥੇ ਹੁਣ ਮੇਰੀ ਬਣਤ ਨੂੰ ਬਣਾ ਗਿਆ, ਮੇਰੀ ਹੋਂਦ ਨੂੰ ਬਦਲ ਗਿਆ। ਜੋ ਮੇਰੇ ਮਨ ਦੀ ਅਵਸਥਾ ਸ਼ਬਦ ਦੇ ਸਾਂਝ ਕਰਨ ਤੋਂ ਪਹਿਲਾਂ ਸੀ, ਉਹ ਸ਼ਬਦ ਦੀ ਸਾਂਝ ਕਰਨ ਤੋਂ ਬਾਅਦ ਕੁਝ ਹੋਰ ਹੋ ਗਈ ਹੈ। ਔਰ ਜਦੋਂ ਸੁਰਤ ਤਿਆਰ ਹੋ ਜਾਏਗੀ, ਉਹਦੀ ਨਜ਼ਰ ਹਮੇਸ਼ਾ ਹੀ ਹੋ ਰਹੀ ਹੈ। ਕਰਮ ਦਾ ਖੰਡ ਸਾਡੇ ਆਲੇ ਦੁਆਲੇ ਹਮੇਸ਼ਾ ਹਾਜ਼ਰ ਹੈ। ਕਦੋਂ ਸਾਡੀ ਤਿਆਰੀ ਹੋਏ, ਅਸੀਂ ਕਰਮ ਦੇ ਖੰਡ 'ਚੋਂ ਸੱਚਖੰਡ ਵਿੱਚ ਪੈਰ ਰੱਖ ਸਕੀਏ। ਮੈਨੂੰ ਲੱਗਦਾ ਹੈ ਇਹਨਾਂ ਪੌੜੀਆਂ ਤੋਂ ਇਹ ਚੀਜ਼ ਨੂੰ ਸਮਝਣਾ ਹੈ ਕਿ ਅਸੀਂ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਢਾਲਣਾ ਹੈ, ਮਨ ਨੂੰ ਘੜਨਾ ਹੈ। ਉਹੀ ਕੱਲ੍ਹ ਸਾਨੂੰ ਦੱਸਣਗੇ ਵੀ ਇਹ ਗੱਲ ਕਿ ਕਰਨਾ ਕੀ ਹੈ। ਇਹ ਸਭ ਕੁਝ ਤਾਂ ਸਮਝ ਲਿਆ, ਪਰ ਜੋ ਕਰਨਾ ਹੈ ਉਹ 38ਵੀਂ ਪੌੜੀ ਤੇ ਫਿਰ ਖੋਲ੍ਹਦੇ ਹਨ ਦੁਬਾਰਾ। ਜਿਵੇਂ ਕਿ ਹੁਣ ਸਾਰਾ ਕੁਝ ਮੈਂ ਸਮਝ ਲਿਆ, ਹੁਣ ਕਰਨਾ ਕੀ ਹੈ, ਐਕਸ਼ਨ ਕੀ ਹੋਣਾ, ਇਹ ਐਕਸ਼ਨ ਦੇ ਰਹੇ ਹਨ। ਸਾਨੂੰ ਸਭ ਨੂੰ ਇੱਕ ਸੁਨਿਆਰ ਬਣਾਉਣਗੇ। ਅਸਲ ਸੋਨਾ, ਸਿੱਖ ਦੀ ਅਸਲ ਵੈਲਥ ਕੀ ਹੈ, ਉਹਦੇ ਵਿੱਚ ਉਤਾਰਨਗੇ। ਜਿਵੇਂ ਕੋਈ ਲੈਸਨ ਦਿੰਦਾ ਹੋਏ ਕਿ ਹੁਣ ਇਹ ਸਭ ਸਮਝ ਲਿਆ, ਹੁਣ ਇਹ ਕਰਨਾ ਹੈ। ਸੁਰਤ ਸ਼ਬਦ ਯੋਗ, ਯੋਗਾ ਸਿੱਖਾਂ ਵਿੱਚ ਅਗਰ ਯੋਗ ਹੈ ਤੇ ਸੁਰਤ ਔਰ ਸ਼ਬਦ ਦੀ ਯੋਗ ਹੈ, ਸੁਰਤ ਔਰ ਸ਼ਬਦ ਦੇ ਮਿਲਣ ਦੀ ਯੋਗ ਹੈ। ਜਿਵੇਂ ਕਿ ਗੁਰੂ ਸਾਹਿਬ ਹਾਜ਼ਰ ਹਨ, ਕਿਧਰੇ ਵੀ ਜਾ ਰਹੇ ਹਨ, ਉਹਨਾਂ ਨੂੰ ਕੋਈ ਪ੍ਰਸ਼ਨ ਪੁੱਛਦਾ ਹੈ ਤੇ ਉਹਨਾਂ ਨੂੰ ਕਿਸੇ ਕਿਤਾਬ ਨੂੰ ਖੋਲ੍ਹਣ ਦੀ ਲੋੜ ਨਹੀਂ ਹੈ। ਮਨ ਵਿੱਚ ਸੱਤ ਦੇ ਦਰਸ਼ਨ ਹਨ, ਮਨ ਵਿੱਚ ਸਦਾ ਹੀ ਟਿਊਨਮੈਂਟ ਹੈ। ਹੁਣ ਉਹ ਜਵਾਬ ਸਹੀ ਹੀ ਹੋਏਗਾ ਹਮੇਸ਼ਾ। ਜਿਵ ਜਿਵ ਹੁਕਮ ਤਿਵੇਂ ਤਿਵਕਾਰ। ਜਦੋਂ ਦੇ ਹੁਕਮ ਦੇ ਦਰਸ਼ਨ ਸਦਾ ਨਾਲ ਚੱਲਦੇ ਹਨ, ਫਿਰ ਕੋਈ ਗਲਤ ਨਹੀਂ ਹੋ ਸਕਦਾ। ਮਹਾਰਾਜ ਕਰਮਖੰਡ ਦੇ ਦਰਸ਼ਨ ਬੜੇ
ਬੜੇ ਹੀ ਆਨੰਦਮਈ ਦਰਸ਼ਨ ਹਨ। ਆਪ ਅੱਜ ਦੀ ਇਸ ਪੌੜੀ ਦੇ ਵਿਚਾਰ ਪ੍ਰਵਾਨ ਕਰੋ। ਜੋ ਕੋਈ ਸੋਧਣਾ ਚਾਹੇ ਤੇ ਜ਼ਰੂਰ ਜੀ ਆਇਆਂ ਨੂੰ ਭੁੱਲਾਂ ਚੁੱਕਾਂ ਦੀ ਖਿਮਾ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।